हेलो। हाँ जी, सत श्री अकाल रंजीत सर। सत श्री अकाल सर जी। सर आवाज आ रही है जी? हाँ जी सर, प्रॉपर आ रही। ठीक है सर, ठीक है जी। स्क्रीन शेयर करके देख लो सर। हाँ जी कर रहे हैं सर। मैं तब तक एंट्री कराना है ना। ओके जी ओके। सर होस्ट डिसेबल हले हैगा। अच्छा अच्छा, ठीक है मैं करदा, 1 मिनट कर। होस्ट बनाओगे फिर होएगा। चलो करो, देखियो हो गई। ओके सर, ठीक है सर, हो रही है जी। ठीक है जी। ओके सर, ठीक है जी, रेडी है। ठीक है सर, बहुत बढ़िया। अच्छा, किसी ने को होस्ट तो नहीं बनाना हो? नहीं सर, लोड नहीं है जी। ठीक है सर। ओके सर, थैंक यू। सर थोड़ा वेट कर लिए कि कर दिया स्टार्ट? नहीं सर, कर लो प्लीज, कर लो क्योंकि हाले थोड़े है ना और जुड़ जाएंगे अपने साथ। ओके सर, ओके जी। हाँ जी, सत श्री अकाल जी साਰਿਆਂ ਨੂੰ। मैं रणजीत सिंह, ਫਿਟਨੈਸ ਇੰਸਟ੍ਰਕਟਰ ITI ਗਿੱਲ ਲੁਧਿਆਣਾ ਤੋਂ। ਮੇਰਾ ਅੱਜ ਦਾ ਜਿਹੜਾ ਟੌਪਿਕ ਹੈਗਾ ਲਿਮਿਟ, ਫੇਟਸ ਅਤੇ ਟੋਲਰੈਂਸਿਸ। ਅੱਜ ਮੈਂ ਇਸ ਵਿਸ਼ੇ ਦੇ ਬਾਰੇ ਜਾਣਕਾਰੀ ਦੇਵਾਂਗਾ। ਉਸ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਇੱਕ ਅਪੀਲ ਹੈ ਵੀ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਦੇ ਨਾਲ ਜੁੜੋ ਅਤੇ ਸਾਰਿਆਂ ਨੂੰ ਆਪਣੇ ਨਜ਼ਦੀਕ ਜਿੰਨੇ ਵੀ ਜਾਣ ਪਹਿਚਾਣ ਵਾਲੇ ਹੈ ਸਾਰਿਆਂ ਨੂੰ ਕੋਵਾ ਐਪ ਇੰਸਟਾਲ ਕਰਵਾਓ ਅਤੇ ਉਸ ਦੀ ਕੋਵਾ ਤੋਂ ਬਚਾਅ ਦੀਆਂ ਜਿਹੜੀ ਅਵੇਅਰਨੈਸ ਆ ਉਹ ਸਭ ਨੂੰ ਪ੍ਰੋਵਾਈਡ ਕਰੋ ਜੀ। ਧੰਨਵਾਦ ਜੀ। ਸੋ ਅੱਜ ਆਪਾਂ ਆਪਣਾ ਚੈਪਟਰ ਸ਼ੁਰੂ ਕਰਦੇ ਹਾਂ। ਆਪਣਾ ਚੈਪਟਰ ਹੈਗਾ ਲਿਮਿਟਸ, ਫਿਟ ਅਤੇ ਟੋਲਰੈਂਸਿਸ। ਇਹ ਫਿਟਰ ਫਸਟ ਈਅਰ ਦਾ ਹੈਗਾ। ਇਸ ਦਾ ਵੀਕ ਨੰਬਰ ਹੈਗਾ 33। ਅੱਜ ਦੇ ਜਿਹੜਾ ਟੌਪਿਕ ਹੈ ਉਸ ਦੇ ਜੋ ਕਨਸੈਪਟ ਹੈ ਜਾਂ ਕੰਟੈਂਟਸ ਹੈਗੇ ਆ ਉਹ ਹੈਗੇ ਆ ਆਪਣੇ। ਸਭ ਤੋਂ ਪਹਿਲਾਂ ਮੈਂ ਉਹ 'ਚ ਇੰਟਰੋਡਕਸ਼ਨ ਦੱਸਾਂਗਾ। ਉਸ ਤੋਂ ਬਾਅਦ ਸੈਕੰਡ ਇਸ ਦੀ ਇੰਟਰਚੇਂਜੇਬਿਲਿਟੀ ਕੀ ਹੁੰਦੀ ਹੈ। ਫਿਰ ਉਸ ਤੋਂ ਬਾਅਦ ਅੱਗੇ ਆ ਗਈ ਆਪਣੀ ਲਿਮਿਟ। ਉਸ ਤੋਂ ਅੱਗੇ ਹੈ ਉਹਦੀ ਟਰਮੀਨੋਲੋਜੀ, ਜਿਹੜੀ ਲਿਮਿਟ ਤੇ ਫਿਟ ਦੀ ਟਰਮੀਨੋਲੋਜੀ ਕੀ ਹੁੰਦੀ ਹੈ। ਉਸ ਤੋਂ ਨੈਕਸਟ ਹੈਗਾ ਆਪਣੇ ਕੋਲ ਟਾਈਪਸ ਆਫ ਟੋਲਰੈਂਸਿਸ ਐਂਡ ਫਿਟਸ। ਉਸ ਤੋਂ ਨੈਕਸਟ ਅੱਗੇ ਅਲਾਊਂਸ। ਸਭ ਤੋਂ ਪਹਿਲਾਂ ਇੰਟਰੋਡਕਸ਼ਨ ਦੀ ਗੱਲ ਕਰੀਏ। ਪਹਿਲੇ ਸਮੇਂ ਦੇ ਵਿੱਚ ਜਦੋਂ ਆਪਾਂ ਫਿਟ ਲਿਮਿਟ ਟੋਲਰੈਂਸ ਐਪਲੀਕੇਬਲ ਨਹੀਂ ਸੀਗੀ ਉਸ ਸਮੇਂ
ਬਹੁਤ ਸਾਰੇ ਪਾਰਟਸ ਆਪਾਂ ਮੈਨੂਫੈਕਚਰਿੰਗ ਕਰਦੇ ਸੀਗੇ, ਤਾਂ ਆਪਣੀ ਰਿਕੁਆਇਰ ਫਿਟ ਪ੍ਰਾਪਤ ਕਰਨ ਦੇ ਲਈ ਜਾਂ ਤਾਂ ਹੋਲ ਨੂੰ ਜਾਂ ਸ਼ਾਫਟ ਨੂੰ ਆਪਣੀ ਮਰਜ਼ੀ ਦੇ ਅਕੋਰਡਿੰਗ ਕੋਈ ਵੀ ਡਾਈਮੈਂਸ਼ਨ ਮੇਨਟੇਨ ਕਰਕੇ ਆਪਾਂ ਆਪਣੀ ਲੋੜੀਂਦੀ ਫਿਟ ਪ੍ਰਾਪਤ ਕਰ ਲੈਂਦੇ ਸੀਗੇ। ਉਸ ਦੇ ਨਾਲ ਕੀ ਹੁੰਦਾ ਸੀਗਾ, ਮਾਸ ਪ੍ਰੋਡਕਸ਼ਨ ਜਦੋਂ ਹੁੰਦੀ ਸੀਗੀ ਜਾਂ ਹੋਰ, ਆਪਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ। ਕੋਈ ਵੀ ਪਾਰਟਸ ਜਦੋਂ ਫਿੱਟ ਕਰਨਾ ਹੁੰਦਾ ਸੀਗਾ, ਉਹ ਡਾਇਰੈਕਟਲੀ ਫਿੱਟ ਨਹੀਂ ਹੁੰਦਾ ਸੀ, ਉਸ ਨੂੰ ਆਪਾਂ ਰੈਕਟੀਫਾਈ ਕਰਦੇ ਹੁੰਦੇ ਸੀਗੇ। ਰੈਕਟੀਫਾਈ ਦਾ ਮਤਲਬ ਉਸ ਨੂੰ ਫਾਈਲਿੰਗ ਕਰਨਾ ਜਾਂ ਹੋਰ ਕੱਟ ਲਗਾ ਕੇ ਆਪਣੀ ਲੋੜੀਂਦੀ ਫਿੱਟ ਪ੍ਰਾਪਤ ਕਰਦੇ ਹੁੰਦੇ ਸੀਗੇ। ਉਸ ਨਾਲ ਆਪਣੀ ਟਾਈਮ ਦੀ ਕੰਜ਼ਿਊਮ ਕਾਫੀ ਹੁੰਦੀ ਸੀਗੀ। ਸੋ ਉਸ ਚੀਜ਼ ਨੂੰ ਘਟਾਉਣ ਲਈ ਆਪਾਂ ਫਿਟ ਲਿਮਟ ਅਤੇ ਟੋਲਰੈਂਸ ਨੂੰ ਅਪਣਾਇਆ ਹੈ। ਉਸ ਤੋਂ ਸੈਕੰਡ ਹੈਗਾ ਆਪਣੇ ਕੋਲ ਇੰਟਰਚੇਂਜੇਬਿਲਿਟੀ। ਜਦੋਂ ਇੰਟਰਚੇਂਜੇਬਿਲਿਟੀ ਦਾ ਮੀਨਿੰਗ ਇਹੀ ਹੈ ਵੀ ਕੋਈ ਵੀ ਪਾਰਟਸ ਆਪਣਾ ਜੋ ਰਿਪੇਅਰ ਕਰਨਾ ਜਾਂ ਖਰਾਬ ਹੋ ਗਿਆ, ਉਸ ਨੂੰ ਆਪਾਂ ਜਦੋਂ ਬਦਲਦੇ ਆ, ਉਸਦੀ ਥਾਂ ਤੇ ਨਵਾਂ ਪੀਸ ਕੋਈ ਵੀ ਲਗਾਉਂਦੇ ਆ, ਤਾਂ ਡਾਇਰੈਕਟਲੀ ਬਿਨਾਂ ਕਿਸੇ ਰੈਕਟੀਫਿਕੇਸ਼ਨ ਦੇ, ਬਿਨਾਂ ਕੋਈ ਹੋਰ ਉਸ ਤੇ ਆਪਰੇਸ਼ਨ ਕੀਤੇ ਬਿਨਾਂ, ਜਾਂ ਜਦੋਂ ਫਿਟਿੰਗ ਕਰਦੇ ਆ ਕੋਈ ਵੀ, ਉਹ ਕਿਸੇ ਹੋਰ ਪਾਰਟਸ ਨੂੰ ਨੁਕਸਾਨ ਨਾ ਪਹੁੰਚਾਵੇ ਅਤੇ ਪ੍ਰੋਪਰ ਵਰਕਿੰਗ ਕਰੇ। ਪਾਰਟਸ ਦੇ ਉਸ ਗੁਣ ਨੂੰ ਆਪਾਂ ਇੰਟਰਚੇਂਜੇਬਿਲਿਟੀ ਕਹਿੰਦੇ ਆ। ਨੈਕਸਟ ਹੈਗਾ ਆਪਣੇ ਕੋਲ ਲਿਮਿਟਸ। ਕੋਈ ਵੀ ਪਾਰਟਸ ਆਪਾਂ ਇੰਟਰਚੇਂਜੇਬਲ ਬਣਾਉਣ ਵਾਸਤੇ, ਠੀਕ ਹੈ, ਕਿਸੇ ਵੀ ਕਾਰੀਗਰ ਨੂੰ ਜਾਂ ਅਲੱਗ-ਅਲੱਗ ਥਾਵਾਂ ਤੇ ਆਪਾਂ ਜਿੱਥੇ ਵੀ ਮੈਨੂਫੈਕਚਰਿੰਗ ਕਰਦੇ ਆ, ਉਸ ਨੂੰ ਇੰਟਰਚੇਂਜੇਬਿਲਿਟੀ ਦਾ ਗੁਣ ਲਿਆਉਣ ਵਾਸਤੇ ਆਪਾਂ ਕਿਸੇ ਵੀ ਪਾਰਟਸ ਨੂੰ ਉਹਦੀਆਂ ਮੈਨੂਫੈਕਚਰਿੰਗ ਦੀਆਂ ਲਿਮਿਟਸ ਦਿੰਦੇ ਆ ਵੀ ਉਸਦਾ ਮੈਕਸਿਮਮ ਡਾਇਆਮੀਟਰ ਇੰਨਾ ਹੋ ਸਕਦਾ, ਮਿਨੀਮਮ ਡਾਇਆਮੀਟਰ ਇੰਨਾ ਹੋ ਸਕਦਾ। ਅਗਰ ਉਸ ਦੇ ਵਿੱਚ ਕੋਈ ਵੀ ਪੀਸ ਜਾਂ ਪ੍ਰੋਡਕਟ ਤਿਆਰ ਹੁੰਦਾ ਤਾਂ ਉਹ ਆਸਾਨੀ ਨਾਲ ਫਿਟਿੰਗ ਦੇ ਅਕੋਰਡਿੰਗ ਆਪਣਾ ਦੂਸਰੀ ਜਗ੍ਹਾ ਤੇ ਕਿਤੇ ਵੀ ਆਪਾਂ ਜਿੱਥੇ ਰਿਪਲੇਸ ਕਰਨਾ ਹੋਵੇ ਉਹ ਫਿੱਟ ਹੋ ਸਕਦਾ ਹੈ। ਵੱਖ-ਵੱਖ ਕੰਟਰੀ ਸਾਰੇ ਮੋਸਟਲੀ ISO ਇੰਟਰਨੈਸ਼ਨਲ ਸਟੈਂਡਰਡ ਆਰਗੇਨਾਈਜੇਸ਼ਨ ਦੇ ਸਪੈਸੀਫਿਕੇਸ਼ਨਸ ਨੂੰ ਫੋਲੋ ਕਰਦੇ ਆ। ਆਪਣੇ ਇੰਡੀਆ ਦੇ ਵਿੱਚ ਵੀ ਆਪਣਾ BIS ਸਿਸਟਮ ਫੋਲੋ ਕੀਤਾ ਜਾਂਦਾ, ਜਿਸ ਨੂੰ ਕਹਿੰਦੇ ਆ ਬਿਊਰੋ ਆਫ ਇੰਡੀਅਨ ਸਟੈਂਡਰਡ। ਸੋ ਉਸ ਦੇ ਅਕੋਰਡਿੰਗ ਹੀ ਆਪਾਂ ਲਿਮਿਟਸ ਦਿੰਨੇ ਆ ਤਾਂ ਕਿ ਕੰਪੋਨੈਂਟ ਦੇ ਵਿੱਚ ਇੰਟਰਚੇਂਜੇਬਿਲਿਟੀ ਦਾ ਗੁਣ ਆ ਸਕੇ। ਤੁਹਾਨੂੰ ਮੈਂ ਇੰਟਰਚੇਂਜ ਲਿਮਿਟਸ ਦੀ ਗੱਲ ਕਰ ਰਹੇ ਹਾਂ। ਇੰਟਰਚੇਂਜੇਬਿਲਿਟੀ ਦਾ ਗੁਣ ਲਿਆਉਣ ਲਈ ਆਪਣੇ ਕੋਲ ਸਪੋਜ਼ ਕਰੋ ਇਹ ਵਾਲਾ ਹੋਲ ਹੈ ਅਤੇ ਇਹ ਸ਼ਾਫਟ ਹੈ, ਕਿਉਂਕਿ ਹਮੇਸ਼ਾ ਦੋ ਪਾਰਟਸ ਹੀ ਚਾਹੀਦੇ ਆ ਘੱਟੋ ਘੱਟ ਆਪਾਂ ਨੂੰ ਫਿਟਿੰਗ ਕਰਨ ਦੇ ਲਈ। ਜਦੋਂ ਵੀ ਆਪਾਂ ਆਪਣੀ ਲੋੜੀਂਦੀ ਫਿੱਟ ਪ੍ਰਾਪਤ ਕਰਨੀ ਆ ਤਾਂ ਉਸ ਤੇ ਆਪਾਂ ਉਹਨੂੰ ਲਿਮਿਟਸ ਦਿੰਨੇ ਆ। ਲਿਮਿਟਸ ਦਾ ਮੀਨਿੰਗ ਕੀ ਆ ਵੀ ਕੋਈ ਵੀ ਜਦੋਂ ਆਪਾਂ ਮੈਨੂਫੈਕਚਰਿੰਗ ਕਰਦੇ ਆ, ਕੋਈ ਵੀ ਪਾਰਟਸ ਪੂਰਾ ਪਰਫੈਕਟ ਤਿਆਰ ਨਹੀਂ ਹੋ ਸਕਦਾ। ਕਦੇ ਵੀ ਪੋਸੀਬਿਲਿਟੀ ਨਹੀਂ ਹੈ ਵੀ ਪੂਰਾ ਪਰਫੈਕਟ ਤਿਆਰ ਹੋ ਜਾਵੇ, ਕਿਉਂਕਿ ਇਹ ਬਹੁਤ ਚੀਜ਼ਾਂ ਤੇ ਡਿਪੈਂਡ ਕਰਦਾ ਕਾਰੀਗਰ ਤੇ ਜਿਹੜਾ ਕੰਮ ਕਰ ਰਿਹਾ, ਸਕਿਲਡ ਵਰਕਰ। ਸੈਕੰਡ ਹੈਗੀ ਆਪਣੀ ਮਸ਼ੀਨ, ਜਿਹੜੀ ਉਸਦੀ ਕਿੰਨੀ ਐਕੂਰੇਸੀ ਹੈ, ਠੀਕ ਹੈ। ਤੋ ਇਸ ਚੀਜ਼ ਨੂੰ ਕੰਟਰੋਲ ਕਰਨ ਲਈ ਆਪਾਂ ਨੂੰ ਇੱਕ ਸਾਈਜ਼ ਦੇ ਉੱਪਰ ਛੋਟ ਦਿੱਤੀ ਜਾਂਦੀ ਹੈ, ਜਿਸ ਨੂੰ ਆਪਾਂ ਘੱਟ ਤੋਂ ਘੱਟ ਛੋਟ ਅਤੇ ਵੱਧ ਤੋਂ ਵੱਧ ਛੋਟ ਜਾਂ ਅਪਰ ਲਿਮਟ ਜਾਂ ਹਾਈ ਲਿਮਟ, ਅਪਰ ਲਿਮਟ ਜਾਂ ਲੋ ਲਿਮਟ ਕਹਿੰਦੇ ਆ, ਠੀਕ ਹੈ। ਸਪੋਜ਼ ਕਰੋ ਆਪਣੇ ਕੋਲ ਹੋਲ ਦਾ ਡਾਇਆਮੀਟਰ 40 ਹੈ, ਇਸ ਦੇ ਉੱਪਰ ਜਿਹੜੀ ਟੋਲਰੈਂਸ ਦਿੱਤੀ ਗਈ ਹੈ +0.02 ਅਤੇ ਮਾਈਨਸ ਦੇ ਵਿੱਚ 0.01 mm। ਸੋ ਆਪਣੇ ਜਿਹੜਾ ਹੋਲ ਦਾ ਅਪਰ ਲਿਮਟ ਹੈ ਉਹ ਹੋਏਗੀ 40 + 20 ਮਾਈਕਰੋਨ ਦੀ ਆਪਾਂ ਨੂੰ ਟੋਲਰੈਂਸ ਪਲੱਸ ਦੇ ਵਿੱਚ ਦਿੱਤੀ ਗਈ ਹੈ, ਇਸ ਲਈ 40.02 mm ਉਹਦਾ ਅਪਰ ਲਿਮਟ ਜਾਂ ਮੈਕਸਿਮਮ ਡਾਇਆਮੀਟਰ ਹੋ ਸਕਦਾ ਹੈ ਮੈਨੂਫੈਕਚਰਿੰਗ ਕਰਨ ਲਈ। ਅਤੇ ਇਸੇ ਤਰ੍ਹਾਂ ਇਸ ਦੀ ਲੋਅਰ ਲਿਮਟ ਹੈਗੀ ਆ 40 - 0.01। ਇਸ ਦਾ ਮੀਨਿੰਗ ਹੈ ਵੀ ਆਪਾਂ ਜਿਹੜਾ ਉਸਦਾ ਘੱਟ ਤੋਂ ਘੱਟ ਡਾਇਆਮੀਟਰ ਹੈ ਹੋਲ ਦਾ ਉਹ 39.99 ਤੱਕ ਆਪਾਂ ਮੇਨਟੇਨ ਕਰ ਸਕਦੇ ਹਾਂ। ਅੱਗੇ ਆ ਗਈ ਆਪਣੀ ਜਰਨਲ ਟਰਮੀਨੋਲੋਜੀ ਇਨ ਫਿਟਸ। ਜਿਹੜੀ ਆਪਾਂ ਮੋਸਟਲੀ ਕਿਹੜੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਆਪਾਂ ਫਿਟ ਤੇ ਲਿਮਿਟਸ ਨੂੰ ਮੇਨਟੇਨ ਕਰਦੇ ਆ, ਉਸ ਨੂੰ ਆਪਾਂ ਟਰਮੀਨੋਲੋਜੀ ਕਹਿੰਦੇ ਆ। ਨੰਬਰ 1 ਹੈਗਾ ਆਪਣਾ ਬੇਸਿਕ ਸਾਈਜ਼।
ਜਿਹੜਾ ਬੇਸਿਕ ਸਾਈਜ਼ ਆ ਇਹ ਹਮੇਸ਼ਾ ਹੋਲ ਅਤੇ ਸ਼ਾਫਟ ਦੋ ਜਿਹੜੇ ਮੇਜਰ ਪਾਰਟ ਆਪਣੇ ਫਿਟਿੰਗ ਲਈ ਯੂਜ਼ ਹੋਣੇ ਆ ਉਹਨਾਂ ਦਾ ਦੋਨਾਂ ਦਾ ਬੇਸਿਕ ਸਾਈਜ਼ ਹਮੇਸ਼ਾ ਕਾਮਨ ਹੀ ਰਹਿੰਦਾ ਹੈ। ਹੋਲ ਵਾਸਤੇ ਵੀ ਬੇਸਿਕ ਸਾਈਜ਼ ਸੇਮ ਹੋਏਗਾ ਅਤੇ ਸ਼ਾਫਟ ਵਾਸਤੇ ਵੀ ਬੇਸਿਕ ਸਾਈਜ਼ ਸੇਮ ਹੋਏਗਾ। ਸਾਰੀਆਂ ਜਿੰਨੀ ਵੀ ਕੈਲਕੂਲੇਸ਼ਨਸ ਹੈ ਫਿਟਿੰਗ ਵਾਸਤੇ ਆਪਾਂ ਬੇਸਿਕ ਸਾਈਜ਼ ਤੋਂ ਹੀ ਲੈਣੇ ਆ। ਨੰਬਰ 2 ਹੈਗੀ ਆਪਣਾ ਲਿਮਿਟ ਆਫ ਸਾਈਜ਼। ਇਸ ਦਾ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਲਿਮਿਟ ਦੇ ਵਿੱਚ ਦੱਸਿਆ ਹੈ ਕਿ ਇੱਕ ਆਪਣੀ ਪਰਮਿਸਿਬਲ ਸਾਈਜ਼ ਆ ਜਿਹੜਾ ਮੈਕਸਿਮਮ ਆ ਤੇ ਮਿਨੀਮਮ ਆ ਜਿੰਨਾ ਅਸੈਪਟੇਬਲ ਆ ਫਾਰ ਆਪਾਂ ਨੂੰ ਫਿਟਿੰਗ ਦੇ ਪ੍ਰਾਪਤ ਕਰਨ ਦੇ ਲਈ ਉਸ ਨੂੰ ਆਪਾਂ ਜੇ ਅਗਰ ਉਹ ਸਾਈਜ਼ ਉਸ ਦੇ ਵਿੱਚ ਮੇਨਟੇਨ ਕਰਦੇ ਆ ਤਾਂ ਉਹ ਆਪਣੀ ਲਿਮਿਟ ਆਫ ਸਾਈਜ਼ ਹੈ। ਇਸ ਨੂੰ ਆਪਾਂ ਡਰਾਇੰਗ ਉੱਪਰ ਮੈਂਸ਼ਨ ਕਰਦੇ ਆ ਠੀਕ ਹੈ ਉਸ ਦੇ ਅਕੋਰਡਿੰਗ ਹੀ ਆਪਾਂ ਇਸ ਨੂੰ ਮੈਨੂਫੈਕਚਰਿੰਗ ਕਰਦੇ ਆ। ਨੰਬਰ 3 ਹੈਗੀ ਆਪਣੀਆਂ ਟੋਲਰੈਂਸਿਸ। ਟੋਲਰੈਂਸ ਕੀ ਹੁੰਦੀ ਹੈ? ਟੋਲਰੈਂਸ ਇਹ ਆਪਣਾ ਟੋਟਲ ਜੋ ਪਰਮਿਸਿਬਲ ਵੇਰੀਏਸ਼ਨ ਆ ਸਾਈਜ਼ ਦੇ ਵਿੱਚ ਡਾਈਮੈਂਸ਼ਨ ਦੇ ਉੱਪਰ ਦਿੱਤਾ ਜਾਂਦਾ ਜਾਂ ਇਹਦਾ ਸੈਕੰਡ ਮੀਨ ਆਪਾਂ ਕਹਿ ਸਕਦੇ ਆ ਜਿਹੜਾ ਮੈਕਸਿਮਮ ਡਾਇਆਮੀਟਰ ਅਤੇ ਮਿਨੀਮਮ ਡਾਇਆਮੀਟਰ ਦਾ ਜੋ ਅੰਤਰ ਜਾਂ ਆਪਾਂ ਲਿਮਿਟ ਦੇ ਅਕੋਰਡਿੰਗ ਚੱਲੀਏ ਤਾਂ ਜਿਹੜੀ ਮੈਕਸਿਮਮ ਲਿਮਿਟ ਹੈ ਅਤੇ ਮਿਨੀਮਮ ਲਿਮਿਟ ਹੈ ਉਹਦਾ ਜਿਹੜਾ ਡਿਫਰੈਂਸ ਆ ਉਹ ਆਪਣਾ ਟੋਲਰੈਂਸ ਕਹਾਉਂਦਾ ਹੈ। ਇਸ ਦੀ ਡੈਫੀਨੇਸ਼ਨ ਵੀ ਹੈ ਦਾ tolerance is equal to the maximum limit of the size minus minimum limit of the size। ਇਹ ਹਮੇਸ਼ਾ ਪੋਜ਼ਿਟਿਵ ਹੀ ਹੁੰਦਾ ਹੈ ਜਿਹੜੀ ਟੋਲਰੈਂਸ ਹੈ ਹਮੇਸ਼ਾ ਪੋਜ਼ਿਟਿਵ ਹੀ ਰਹੇਗੀ। ਅੱਗੇ ਨੈਕਸਟ ਆਪਣਾ ਹੈਗਾ ਅਲਾਉਂਸ। ਇਹ ਕਿਸੇ ਵੀ ਤਰੀਕੇ ਦੀ ਆਪਾਂ ਫਿੱਟ ਪ੍ਰਾਪਤ ਕਰਨ ਦੇ ਲਈ ਆਪਾਂ ਜੋ ਇੰਟੈਂਸ਼ਨ ਰੱਖ ਕੇ ਡਿਫਰੈਂਸ ਰੱਖਦੇ ਆ ਜਾਂ ਚਾਰਟ ਦੇ ਅਕੋਰਡਿੰਗ ਡਿਫਰੈਂਸ ਰੱਖਦੇ ਆ ਠੀਕ ਹੈ ਉਸ ਨੂੰ ਆਪਾਂ ਅਲਾਉਂਸ ਕਹਿੰਦੇ ਆ। ਇਹ ਆਪਣਾ ਪੋਜ਼ਿਟਿਵ ਵੀ ਹੋ ਸਕਦਾ ਇਹ ਆਪਾਂ ਨੈਗੇਟਿਵ ਵੀ ਹੋ ਸਕਦਾ। ਅਗਰ ਆਪਾਂ ਕਲੀਅਰੈਂਸ ਫਿਟ ਪ੍ਰਾਪਤ ਕਰਨੀ ਆ ਤਾਂ ਇਹ ਹਮੇਸ਼ਾ ਪੋਜ਼ਿਟਿਵ ਆਏਗਾ। ਅਗਰ ਆਪਾਂ ਇੰਟਰਫੇਰੈਂਸ ਫਿਟ ਪ੍ਰਾਪਤ ਕਰਨੀ ਆ ਤਾਂ ਇਹ ਹਮੇਸ਼ਾ ਨੈਗੇਟਿਵ ਆਏਗਾ। ਸੋ ਅਲਾਉਂਸ ਕਿਹਦੇ ਬਰਾਬਰ ਹੁੰਦਾ ਹੈ? ਲੋਅਰ ਲਿਮਿਟ ਆਫ ਹੋਲ ਮਾਈਨਸ ਹਾਇਰ ਲਿਮਿਟ ਆਫ ਸ਼ਾਫਟ। ਸ਼ਾਫਟ ਤੇ ਹੋਲ ਦੇ ਵਿੱਚ ਜਿੰਨਾ ਡਿਫਰੈਂਸ ਆ ਗਿਆ ਫਿਟ ਪ੍ਰਾਪਤ ਹੋਣ ਤੋਂ ਬਾਅਦ ਉਸ ਨੂੰ ਆਪਾਂ ਅਲਾਉਂਸ ਕਹਿੰਦੇ ਹਾਂ। ਅੱਗੇ ਆ ਗਿਆ ਆਪਣਾ ਗ੍ਰੇਡ। ਇਸ ਨੂੰ ਆਪਾਂ ਟੋਲਰੈਂਸ ਦੇ ਅਕੋਰਡਿੰਗ ਮੰਨਦੇ ਆ। ਕਿਸੇ ਵੀ ਫਿਟ ਪ੍ਰਾਪਤ ਕਰਨ ਦੇ ਲਈ ਆਪਾਂ ਹਮੇਸ਼ਾ ਗ੍ਰੇਡ ਹੀ ਦਿੰਨੇ ਆ। ਸਪੋਜ਼ ਕਰੋ ਆਪਾਂ ਨੂੰ ਰਫ ਫਿਟਿੰਗ ਜਾਂ ਕੁਝ ਹੋਰ ਚਾਹੀਦੀ ਹੈ ਜਾਂ ਫੋਰਜਿੰਗ ਪਾਰਟਸ ਦੇ ਲਈ ਚਾਹੀਦੀ ਆ ਤਾਂ ਆਪਾਂ ਉਸ ਦਾ ਗ੍ਰੇਡ ਮੰਨ ਲਓ ਆਪਾਂ ਪਲੱਸ ਮਾਈਨਸ 1 ਮਿਲੀਮੀਟਰ ਤੱਕ ਦੇ ਸਕਦੇ ਆ। ਅਗਰ ਆਪਾਂ ਨੂੰ ਫਾਈਨ ਚਾਹੀਦੀ ਆ ਤਾਂ ਗ੍ਰੇਡੇਸ਼ਨ ਦੇ ਵਿੱਚ ਆਪਾਂ ਮਾਈਕਰੋਨ ਤੱਕ ਉਸਦੀ ਟੋਲਰੈਂਸ ਦੇ ਸਕਦੇ ਆ। ਜਿੰਨਾ ਪ੍ਰੈਸੀਜਨ ਹੋਏਗਾ ਠੀਕ ਹੈ ਉਨਾ ਉਹਦਾ ਗ੍ਰੇਡ ਬੈਟਰ ਹੋਏਗਾ। ਨੈਕਸਟ ਆਪਣਾ ਹੈਗਾ ਡੇਵੀਏਸ਼ਨ। ਡੇਵੀਏਸ਼ਨ ਕੀ ਹੈ? ਆਪਣਾ ਅਲਜਬਰਿਕ difference between the size and its corresponding basic size। ਜਿਹੜੀ ਆਪਣੀ ਲਿਮਿਟ ਹੈ ਉਹ ਹਮੇਸ਼ਾ ਹਾਈ ਲਿਮਿਟ ਤੇ ਲੋ ਲਿਮਿਟ ਜਿਹੜਾ ਮੇਜਰ ਜਾਂ ਡਾਇਆਮੀਟਰ ਜਾਂ ਮਿਨੀਮਮ ਡਾਇਆਮੀਟਰ ਤੋਂ ਲਿਆ ਜਾਂਦਾ ਸੀਗਾ ਲੇਕਿਨ ਜਿਹੜੀ ਡੇਵੀਏਸ਼ਨ ਆ ਇਹ ਹਮੇਸ਼ਾ ਬੇਸਿਕ ਸਾਈਜ਼ ਤੋਂ ਹੀ ਲਈ ਜਾਂਦੀ ਹੈ। ਇਹ ਆਪਣੀ ਪੋਜ਼ਿਟਿਵ ਵੀ ਹੋ ਸਕਦੀ ਹੈ ਨੈਗੇਟਿਵ ਵੀ ਹੋ ਸਕਦੀ ਹੈ। ਅਗਰ ਬਿਲਕੁਲ ਸੈਂਟਰ ਲਾਈਨ ਤੇ ਆਪਣੀ ਜ਼ੀਰੋ ਲਾਈਨ ਤੇ ਹੈ ਤਾਂ ਇਹ ਜ਼ੀਰੋ ਵੀ ਹੋ ਸਕਦੀ ਹੈ। ਉਸ ਤੋਂ ਡੇਵੀਏਸ਼ਨ ਦੇ ਵਿੱਚ ਅੱਗੇ ਚੱਲੀਏ ਤਾਂ ਸਭ ਤੋਂ ਪਹਿਲਾਂ ਹੈਗੀ ਆ ਅਪਰ ਡੇਵੀਏਸ਼ਨ ਠੀਕ ਹੈ। ਇਹ ਡਿਫਰੈਂਸ ਹੈਗਾ ਜਿਹੜਾ ਮੈਕਸਿਮਮ ਲਿਮਿਟ ਆਫ ਸਾਈਜ਼ ਐਂਡ ਬੇਸਿਕ ਸਾਈਜ਼ ਦਾ ਜਿਹੜਾ ਡਿਫਰੈਂਸ ਆ ਉਸ ਨੂੰ ਆਪਾਂ ਅਪਰ ਡੇਵੀਏਸ਼ਨ ਕਹਿੰਦੇ ਆ। ਇਸ ਨੂੰ ਹੋਲ ਦੇ ਲਈ ਵੱਡੀ ਕੈਪੀਟਲ ES ਦੇ ਲਈ ਦਰਸਾਇਆ ਜਾਂਦਾ ਹੈ ਅਤੇ ਸ਼ਾਫਟ ਦੇ ਲਈ ਇਸ ਨੂੰ ਸਮਾਲ ES ਦੇ ਨਾਲ ਦਰਸਾਇਆ ਜਾਂਦਾ ਹੈ ਅਪਰ ਡੇਵੀਏਸ਼ਨ ਨੂੰ। ਨੈਕਸਟ ਆਪਣੀ ਹੈਗੀ ਆ ਲੋਅਰ ਡੇਵੀਏਸ਼ਨ। ਲੋਅਰ ਡੇਵੀਏਸ਼ਨ ਕੀ ਹੈ? ਆਪਣਾ ਡਿਫਰੈਂਸ ਬਿਟਵੀਨ ਦਾ ਮਿਨੀਮਮ ਲਿਮਿਟ ਆਫ ਸਾਈਜ਼ ਐਂਡ ਕੋਰਸਪੋਂਡਿੰਗ ਬੇਸਿਕ ਸਾਈਜ਼। ਬੇਸਿਕ ਸਾਈਜ਼ ਦੇ ਵਿੱਚ ਅਤੇ ਮਿਨੀਮਮ ਲਿਮਿਟ ਜੋ ਸ਼ਾਫਟ ਦੀ ਹੈ ਉਸਦੇ ਜਿਹੜਾ ਅੰਤਰ ਹੈ ਉਸ ਨੂੰ ਆਪਾਂ ਲੋਅਰ ਡੇਵੀਏਸ਼ਨ ਕਹਿੰਦੇ ਆ। ਇਸ ਨੂੰ ਵੀ ਹੋਲ ਦੇ ਲਈ ਕੈਪੀਟਲ EI ਨਾਲ ਦਰਸਾਇਆ ਜਾਂਦਾ ਹੈ ਅਤੇ ਸ਼ਾਫਟ ਦੇ ਲਈ ਸਮਾਲ EI ਦੇ ਨਾਲ ਦਰਸਾਇਆ ਜਾਂਦਾ ਹੈ। ਨੈਕਸਟ ਆਪਣੀ ਹੈਗੀ ਆ ਐਕਚੁਅਲ ਡੇਵੀਏਸ਼ਨ। ਐਕਚੁਅਲ ਡੇਵੀਏਸ਼ਨ
ਕੀ ਹੁੰਦੀ ਹੈ, ਇਹ ਆਪਣਾ ਅਲਜੈਬਰਿਕ ਡਿਫਰੈਂਸ ਹੈ ਬਿਟਵੀਨ ਦਾ ਐਕਚੁਅਲ ਸਾਈਜ਼ ਐਂਡ ਇਟਸ ਕੋਰਸਪੋਂਡਿੰਗ ਬੇਸਿਕ ਸਾਈਜ਼। ਜਿਹੜੀ ਆਪਾਂ ਉੱਪਰ ਡੈਵੀਏਸ਼ਨ ਦੀ ਗੱਲ ਕੀਤੀ ਹੈ ਉਹ ਆਪਣਾ ਜੋ ਡਰਾਇੰਗ ਦੇ ਵਿੱਚ ਅਨੁਸਾਰ ਦਿੱਤਾ ਗਿਆ ਹੈ ਉਸ ਦਾ ਡਿਫਰੈਂਸ ਹੈ, ਲੇਕਿਨ ਜੋ ਐਕਚੁਅਲ ਡੈਵੀਏਸ਼ਨ ਹੈ ਇਹ ਆਪਣਾ ਕੰਪੋਨੈਂਟ ਰੈਡੀ ਹੋਣ ਤੋਂ ਬਾਅਦ ਜੋ ਉਸਦਾ ਐਕਚੁਅਲ ਸਾਈਜ਼ ਦਾ ਡਿਫਰੈਂਸ ਆ ਰਿਹਾ ਬੇਸਿਕ ਸਾਈਜ਼ ਦੇ ਨਾਲ, ਉਸ ਨੂੰ ਆਪਾਂ ਐਕਚੁਅਲ ਡੈਵੀਏਸ਼ਨ ਕਹਿੰਦੇ ਆ। ਨੈਕਸਟ ਅੱਗੇ ਆਪਣੀ ਹੈਗੀ ਆ ਜ਼ੀਰੋ ਲਾਈਨ। ਜ਼ੀਰੋ ਲਾਈਨ ਕੀ ਹੁੰਦੀ ਆ? ਜ਼ੀਰੋ ਲਾਈਨ ਆਪਣੀ ਜ਼ੀਰੋ ਡੈਵੀਏਸ਼ਨ ਤੇ ਆਪਾਂ ਇੱਕ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਕਰਦੇ ਆ ਬੇਸਿਕ ਸਾਈਜ਼ ਨੂੰ। ਜਿਹੜਾ ਬੇਸਿਕ ਸਾਈਜ਼ ਦਾ ਆਪਾਂ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਕਰਦੇ ਆ ਉਸ ਨੂੰ ਆਪਾਂ ਜ਼ੀਰੋ ਲਾਈਨ ਦਾ ਨਾਮ ਦਿੱਤਾ ਹੋਇਆ। ਸਾਰੀ ਕੈਲਕੂਲੇਸ਼ਨਸ ਤਾਂ ਹੋਰ ਇਸ ਆਪਾਂ ਜ਼ੀਰੋ ਲਾਈਨ ਤੋਂ ਹੀ ਕਰਦੇ ਆ। ਨੈਕਸਟ ਹੈ ਆਪਣਾ ਹੈਗਾ ਸ਼ਾਫਟ ਅਤੇ ਹੋਲ। ਇਹ ਸ਼ਾਫਟ ਤੇ ਹੋਲ ਦਾ ਜੋ ਵਰਡ ਆ ਇਹ ਆਪਾਂ ਹੋਲ ਆਪਾਂ ਇੰਟਰਨਲ ਦੇ ਲਈ, ਸ਼ਾਫਟ ਆਪਾਂ ਐਕਸਟਰਨਲ ਦੇ ਲਈ ਯੂਜ਼ ਕਰਦੇ ਆ। ਜ਼ਰੂਰੀ ਨਹੀਂ ਹੈ ਵੀ ਰਾਉਂਡ ਜਾਂ ਸਿਲੈਂਡਰੀਕਲ ਹੋਵੇ, ਇਹ ਟ੍ਰਾਇੰਗੂਲਰ, ਸਕੁਅਰ ਜਾਂ ਕਿਸੇ ਵੀ ਸ਼ੇਪ ਚ ਹੋ ਸਕਦਾ, ਉਸ ਨੂੰ ਆਪਾਂ ਸ਼ਾਫਟ ਅਤੇ ਹੋਲ ਦਾ ਨਾਮ ਹੀ ਦਿੱਤਾ। ਨੈਕਸਟ ਆਪਣੀ ਹੈਗੀ ਆ ਫਿਟ। ਫਿਟ ਕੀ ਹੈ? ਦੋ ਮੈਚਿੰਗ ਪਾਰਟਸ ਨੂੰ ਆਪਾਂ ਰਿਕੁਆਇਰਡ ਵਰਕਿੰਗ ਦੇ ਅਕੋਰਡਿੰਗ ਜੋ ਵੀ ਡਾਈਮੈਂਸ਼ਨਲ ਡਿਫਰੈਂਸ ਦੇ ਕੇ ਕਰ ਦਿੰਨੇ ਆ ਅਸੈਂਬਲੀ ਤੋਂ ਪਹਿਲਾਂ, ਉਸ ਨੂੰ ਆਪਾਂ ਫਿਟ ਕਹਿੰਦੇ ਆ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪੜਾਇਆ ਇਸ ਡਰਾਇੰਗ ਤੋਂ ਸ਼ੋ ਹੁੰਦਾ ਹੈ, ਇਹ ਜੋ ਵੱਡੇ ਵਾਲਾ ਇਹ ਆਪਣਾ ਹੋਲ ਹੈ, ਇਹ ਵਾਲਾ ਪੋਰਸ਼ਨ ਆਪਣਾ ਸ਼ਾਫਟ ਹੈ। ਸ਼ਾਫਟ ਦਾ ਇਹ ਆਪਾਂ ਮਿਨੀਮਮ ਡਾਇਆਮੀਟਰ ਹੈ, ਇਹ ਰੈੱਡ ਦੇ ਉੱਪਰ ਵਾਲੀ ਲਾਈਨ ਤੱਕ ਇਹ ਆਪਣਾ ਮੈਕਸਿਮਮ ਡਾਇਆਮੀਟਰ ਹੈ। ਇਹ ਆਪਣੇ ਜ਼ੀਰੋ ਲਾਈਨ ਜੋ ਕਿ ਮੈਂ ਤੁਹਾਨੂੰ ਪਹਿਲਾਂ ਪੜਾਈ ਹੈ ਇਹ ਆਪਣਾ ਬੇਸਿਕ ਸਾਈਜ਼ ਹੈ। ਹੋਲ ਦੇ ਲਈ ਵੀ ਆਪਣਾ ਬੇਸਿਕ ਸਾਈਜ਼ ਇਹੀ ਹੈ, ਕਿਉਂਕਿ ਆਪਾਂ ਇਹ ਜ਼ੀਰੋ ਲਾਈਨ ਹੋਲ ਤੇ ਸ਼ਾਫਟ ਦੀ ਆਪਾਂ ਨੇ ਹਮੇਸ਼ਾ ਕਾਮਨ ਹੁੰਦੀ ਹੈ। ਕਿਸੇ ਵੀ ਫਿਟ ਪ੍ਰਾਪਤ ਕਰਨ ਲਈ ਬੇਸਿਕ ਸਾਈਜ਼ ਤੋਂ ਹੀ ਦੋਨਾਂ ਦੀ ਕੈਲਕੂਲੇਸ਼ਨਸ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਆਪਣਾ ਸ਼ਾਫਟ ਦਾ ਮੈਕਸਿਮਮ ਡਾਇਆਮੀਟਰ ਹੈ, ਇਹ ਆਪਣਾ ਮਿਨੀਮਮ ਡਾਇਆਮੀਟਰ ਹੈ, ਤੇ ਦੋਨਾਂ ਦਾ ਜੋ ਡਿਫਰੈਂਸ ਹੈ ਮੈਕਸਿਮਮ ਡਾਇਆਮੀਟਰ ਮਿਨੀਮਮ ਡਾਇਆਮੀਟਰ ਦੋਨਾਂ ਦਾ ਜਿਹੜਾ ਡਿਫਰੈਂਸ ਹੈ ਉਸ ਨੂੰ ਆਪਾਂ ਟੋਲਰੈਂਸ ਕਹਿੰਦੇ ਆ। ਅੱਗੇ ਆਪਣੀ ਆ ਗਈ ਆ ਡੈਵੀਏਸ਼ਨ। ਡੈਵੀਏਸ਼ਨ ਆਪਾਂ ਹਮੇਸ਼ਾ ਤੁਹਾਨੂੰ ਮੈਂ ਦੱਸਿਆ ਵੀ ਇਹ ਆਪਣੀ ਜ਼ੀਰੋ ਲਾਈਨ ਆ, ਬੇਸਿਕ ਸਾਈਜ਼ ਜਿਹੜਾ ਹੈਗਾ ਜ਼ੀਰੋ ਲਾਈਨ ਦਾ ਜਾ ਰਿਹਾ, ਜਿਹੜਾ ਬੇਸਿਕ ਲਾਈਨ ਤੋਂ ਮੈਕਸਿਮਮ ਡਾਇਆਮੀਟਰ ਦਾ ਜੋ ਡਿਫਰੈਂਸ ਆ ਉਸ ਨੂੰ ਆਪਾਂ ਅਪਰ ਡੈਵੀਏਸ਼ਨ ਕਹਿੰਦੇ ਆ, ਤੇ ਮਿਨੀਮਮ ਡਾਇਆਮੀਟਰ ਤੋਂ ਜੋ ਬੇਸਿਕ ਲਾਈਨ ਦਾ ਡਿਫਰੈਂਸ ਆ ਉਸ ਨੂੰ ਆਪਾਂ ਲੋਅਰ ਡੈਵੀਏਸ਼ਨ ਕਹਿੰਦੇ ਆ। ਅੱਗੇ ਨੈਕਸਟ ਆਪਣੀ ਜਿਹੜੀ ਟੋਲਰੈਂਸਿਸ ਹੈ ਉਸ ਦੀ ਕਲਾਸੀਫਿਕੇਸ਼ਨ। ਟੋਲਰੈਂਸ ਤਾਂ ਤੁਹਾਨੂੰ ਮੈਂ ਦੱਸਿਆ ਜਿਹੜਾ ਡਿਫਰੈਂਸ ਬਿਟਵੀਨ ਦਾ ਹਾਈ ਲਿਮਿਟ ਐਂਡ ਲੋਅਰ ਲਿਮਿਟ ਇਜ਼ ਕਾਲਡ ਟੋਲਰੈਂਸ। ਸੋ ਟੋਲਰੈਂਸ ਦੀ ਨੰਬਰ 1 ਹੈਗੀ ਯੂਨੀਲੈਟਰਲ ਟੋਲਰੈਂਸਿਸ, ਨੰਬਰ 4 ਹੈਗੀ ਆਪਣੀ ਜਿਓਮੈਟ੍ਰੀਕਲ ਟੋਲਰੈਂਸਿਸ। ਨੰਬਰ 1 ਜਿਹੜੀ ਯੂਨੀਲੈਟਰਲ ਟੋਲਰੈਂਸਿਸ ਹੈ, ਇਹ ਕੋਈ ਵੀ ਕੰਪੋਨੈਂਟ ਦੇ ਜੋ ਬੇਸਿਕ ਸਾਈਜ਼ ਦਿੱਤਾ ਹੈ ਉਸ ਦੇ ਸਿੰਗਲ ਸਾਈਡ ਤੇ ਦਿੱਤੀ ਜਾਂਦੀ ਹੈ, ਚਾਹੇ ਪਲੱਸ ਹੋ ਸਕਦੀ ਹੈ ਚਾਹੇ ਮਾਈਨਸ ਦੇ ਵਿੱਚ ਹੋ ਸਕਦੀ ਹੈ, ਲੇਕਿਨ ਇਹ ਪਲੱਸ ਤੇ ਮਾਈਨਸ ਦੋਨੇ ਵਿੱਚ ਇਕੱਠੀ ਨਹੀਂ ਹੋ ਸਕਦੀ, ਹਮੇਸ਼ਾ ਸਿੰਗਲ ਸਾਈਡ ਹੀ ਦਿੱਤੀ ਜਾਂਦੀ ਹੈ। ਜਿਸ ਤਰ੍ਹਾਂ ਕਿ ਥੱਲੇ ਐਗਜ਼ਾਮਪਲ ਚ ਦਿੱਤਾ ਹੈ 40 ਪਲੱਸ ਦੇ ਵਿੱਚ ਹੀ ਹੈ, ਸੈਕੰਡ 40 ਦੇ ਵਿੱਚ ਪਲੱਸ 0.02 ਤੇ ਮਾਈਨਸ 00, ਸੋ ਇਹ ਵੀ ਸਿੰਗਲ ਸਾਈਡ ਪਲੱਸ ਦੇ ਵਿੱਚ ਹੀ ਹੈ। ਅੱਗੇ ਨਾ ਥਰਡ ਹੈਗੀ ਆਪਣੀ ਮਾਈਨਸ 0.01 ਮਾਈਨਸ 0.02, ਇਹ ਮਾਈਨਸ ਦੇ ਵਿੱਚ ਹੈ। ਇਸ ਤਰ੍ਹਾਂ ਇਹ ਓਨਲੀ ਸਿੰਗਲ ਸਾਈਡ ਹੀ ਦਿੱਤੀ ਜਾਂਦੀ ਹੈ। ਨੰਬਰ 2 ਹੈਗੀ ਆਪਣੀ ਬਾਇਲੈਟਰਲ ਟੋਲਰੈਂਸ। ਜਦੋਂ ਤੁਹਾਨੂੰ ਇਹ ਦੱਸਿਆ ਵੀ ਜਿਹੜੀ ਯੂਨੀਲੈਟਰਲ ਇੱਕ ਸਾਈਡ ਤੇ ਦਿੱਤੀ ਜਾਂਦੀ ਹੈ, ਬਾਇਲੈਟਰਲ ਟੋਲਰੈਂਸ ਪਾਰਟਸ ਦੇ ਜੋ ਬੇਸਿਕ ਸਾਈਜ਼ ਆ ਉਹਦੇ ਦੋਨੇ ਪਾਸੇ ਵੀ ਦਿੱਤੀ ਜਾਂਦੀ ਹੈ। ਇਹ ਪਲੱਸ ਵੀ ਹੋ ਸਕਦੀ ਹੈ ਤੇ ਮਾਈਨਸ ਵੀ ਹੋ ਸਕਦੀ ਹੈ। ਜਿਸ ਤਰ੍ਹਾਂ ਐਗਜ਼ਾਮਪਲ ਚ ਦਿੱਤਾ ਗਿਆ ਹੈ 20 mm ਆਪਣੇ ਕੋਲ ਡਾਇਆਮੀਟਰ ਹੈ ਸ਼ਾਫਟ ਦਾ, ਇਸ ਤੇ ਪਲੱਸ ਮਾਈਨਸ 0.002 ਯਾਨੀ ਕਿ 2 ਮਾਈਕਰੋਨ ਦੀ ਟੋਲਰੈਂਸ ਦਿੱਤੀ ਗਈ ਹੈ। ਠੀਕ ਹੈ, ਇਸ ਦਾ ਮਤਲਬ ਸ਼ਾਫਟ 2 ਮਾਈਕਰੋਨ ਪਲੱਸ ਵੀ ਹੋ ਸਕਦੀ ਹੈ, 2 ਮਾਈਕਰੋਨ ਮਾਈਨਸ ਵੀ ਹੋ ਸਕਦੀ ਹੈ। ਟੋਟਲ ਜਿਹੜਾ ਟੋਲਰੈਂਸਿਸ ਹੈ
इसका 4 माइक्रोन हो गया। नीचे एग्जांपल दी है यूनिलैटरल टॉलरेंसेस दी, ठीक है। 20 mm डायमीटर अपने कोल, इसका प्लस दे विच 0 है ते माइनस दे विच 4 माइक्रोन है। इसे तरह बायलैटरल टॉलरेंस जिहड़ा 20 mm डायमीटर है, इसदे 0.002 प्लस दे विच है ते 0.002 माइनस दे विच है। तो यूनिलैटरल टॉलरेंस सिंगल साइड दी जाती है, बायलैटरल टॉलरेंस प्लस ते माइनस दोनों पासे दी जाती है। नंबर 3 हैगी अपने कोल कंपाउंड टॉलरेंसेस। कंपाउंड टॉलरेंस किहड़ी हुंदी है? ਇਹ ਹਮੇਸ਼ਾ 2 ਜਾਂ 2 ਤੋਂ ਵੱਧ ਟੋਲरेंसेस ਤੇ ਡਿਪੈਂਡ ਕਰਦੀ ਹੈ। ਜਿਸ ਤਰ੍ਹਾਂ ਕਿ ਡਰਾਇੰਗ ਦੇ ਵਿੱਚ ਦਿਖਾਇਆ ਗਿਆ ਹੈ, ਇਹ 40 ਸਾਈਜ਼ ਹੈ, ਇਸ ਤੇ ਪਲੱਸ ਮਾਈਨਸ 0.02 ਦੀ ਟੋਲरेंसेस ਹੈ। ਇਸ ਦੀ ਵਿਡਥ ਹੈ, ਇਹ 20 mm ਹੈ, 20 ਤੇ ਪਲੱਸ ਮਾਈਨਸ 0.1 ਦੀ ਟੋਲरेंस ਦਿੱਤੀ ਗਈ ਹੈ। ਤੇ ਐਂਗਲ ਹੈ, ਐਂਗਲ 60 ਡਿਗਰੀ ਆਪਣਾ, ਇਸ ਤੇ ਪਲੱਸ ਮਾਈਨਸ 2 ਡਿਗਰੀ ਦੀ ਟੋਲरेंस ਦਿੱਤੀ ਗਈ ਹੈ। लेकिन हुण जिहड़ी अपनी डिमेंशन आर बचदी है, जदों आपां डाउटेल फिटिंग वगैरह करदे हां फिटर दे विच, ਇਹ ਵਾਲੀ ਜਿਹੜੀ ਆਰ ਟੋਲरेंसेस ਹੈ, ਇਹ 60 ਡਿਗਰੀ ਐਂਗਲ ਤੇ ਵੀ ਡਿਪੈਂਡ ਕਰਦੀ ਹੈ, 40 ਡਿਗਰੀ ਟੋਟਲ ਲੈਂਥ ਤੇ ਵੀ ਡਿਪੈਂਡ ਕਰਦੀ ਹੈ, ਤੇ 20 ਡਿਗਰੀ 20 mm ਜਿਹੜਾ ਸਾਈਜ਼ ਵਿਡਥ ਦਾ ਉਸ ਤੇ ਵੀ ਡਿਪੈਂਡ ਕਰਦੀ ਹੈ। ਸੋ ਜੋ ਤੇ 2 ਜਾਂ 2 ਤੋਂ ਵੱਧ ਡਾਈਮੈਂਸ਼ਨਸ ਤੇ ਕੰਟਰੋਲ ਹੋ ਸਕਦੀ ਹੈ, ਉਸ ਨੂੰ ਆਪਾਂ ਕੰਪਾਊਂਡ ਟੋਲरेंसेस ਕਹਿੰਦੇ ਹਾਂ। ਨੰਬਰ 4 ਹੈਗੀ ਆਪਣੀ ਜਿਓਮੈਟ੍ਰੀਕਲ ਟੋਲरेंसेस। ਪਹਿਲਾਂ ਜਿਹੜੀਆਂ ਤੁਹਾਨੂੰ ਮੈਂ 3 ਟੋਲरेंसेस ਦਿੱਤੀਆਂ ਸੀਗੀਆਂ, ਉਹ ਤੁਹਾਡੇ ਹਮੇਸ਼ਾ ਸਾਈਜ਼ ਨੂੰ ਹੀ ਕੰਟਰੋਲ ਕਰਦੀਆਂ ਸੀਗੀਆਂ। ਲੇਕਿਨ ਜਿਹੜੀ 4th ਹੈ ਜਿਓਮੈਟ੍ਰੀਕਲ ਟੋਲरेंसेस ਹੈ, ਇਹ ਜਿਹੜੀ ਕੰਪੋਨੈਂਟ ਜਾਂ ਉਸ ਦੀ ਫਿਟਿੰਗ ਦੇ ਸ਼ੇਪ ਨੂੰ ਕੰਟਰੋਲ ਕਰਦੀ ਹੈ। ਪਹਿਲੀ ਸਾਈਜ਼ ਨੂੰ ਕੰਟਰੋਲ ਕਰਦੀਆਂ ਸੀ, ਇਹ ਵਾਲੀ ਜਿਸ ਤਰ੍ਹਾਂ ਕਿ ਡਰਾਇੰਗ ਦੇ ਵਿੱਚ ਦਰਸਾਇਆ ਗਿਆ ਹੈ, ਇਹ ਵੱਡਾ ਡਾਇਆਮੀਟਰ ਹੈ ਕੰਪੋਨੈਂਟ ਦਾ, ਇਹ ਛੋਟਾ ਡਾਇਆਮੀਟਰ ਹੈ, ਠੀਕ ਹੈ। ਇਸ ਦਾ ਇਹ ਹਮੇਸ਼ਾ ਜਿਓਮੈਟ੍ਰੀਕਲ ਡਰਾਇੰਗ ਟੋਲरेंसेस ਦਰਸਾਉਣ ਲਈ ਇਸ ਦਾ ਪ੍ਰਯੋਗ ਕੀਤਾ ਜਾਂਦਾ ਡਰਾਇੰਗ ਦੇ ਵਿੱਚ। ਇਸ ਜਿਹੜਾ ਸਾਈਨ ਹੈ, ਇਹ ਆਪਣਾ ਕਨਸੈਂਟਰਿਸਿਟੀ ਦਾ ਹੈ। ਕਨਸੈਂਟਰਿਸਿਟੀ ਦਾ ਮਤਲਬ ਕੀ ਹੈ ਵੀ ਦੋਨਾਂ ਦੀ ਜਿਹੜੀ ਸੈਂਟਰ ਲਾਈਨ ਹੈ, ਸਮਾਲ ਡਾਇਆਮੀਟਰ ਦੀ ਤੇ ਵੱਡੇ ਡਾਇਆਮੀਟਰ ਦੀ, ਠੀਕ ਹੈ, ਇਹ ਡਾਇਆਮੀਟਰ ਕੀ 0.01 ਦੇ ਵਿੱਚ ਹੋਣੀ ਚਾਹੀਦੀ ਹੈ। ਕਿਸ ਦੇ ਰੈਫਰੈਂਸ ਨਾਲ? ਇਸ x ਵੱਡੇ ਡਾਇਆਮੀਟਰ ਦੇ ਨਾਲ ਛੋਟੇ ਡਾਇਆਮੀਟਰ ਦੀ ਜਿਹੜੀ ਕਨਸੈਂਟਰਿਸਿਟੀ ਹੈ, ਉਹ 0.01 ਦੇ ਵਿੱਚ ਹੋਣੀ ਚਾਹੀਦੀ ਹੈ। ਟੋਲरेंसेस ਨੂੰ ਆਪਾਂ ਜਿਹੜੀ ਜਿਓਮੈਟ੍ਰੀਕਲ ਟੋਲरेंसेस ਨੂੰ ਅੱਗੇ 3 ਭਾਗਾਂ 'ਚ ਡਿਵਾਈਡ ਕਰ ਸਕਦੇ ਹਾਂ। ਨੰਬਰ 1 ਹੈਗੀ ਆ ਫਾਰਮ ਟੋਲरेंसेस, ਨੰਬਰ 2 ਹੈਗੀ ਆ ਓਰੀਐਂਟੇਸ਼ਨ ਟੋਲरेंसेस, ਨੰਬਰ 3 ਹੈਗੀ ਆ ਪੋਟੈਂਸ਼ੀਅਲ ਟੋਲरेंसेस, ਪੋਜੀਸ਼ਨਲ ਟੋਲरेंसेस, ਠੀਕ ਹੈ, ਜਿਹੜੀ ਫਾਰਮ ਦੇ ਲਈ ਦਰਸਾਈ ਜਾਂਦੀ ਹੈ। ਇਹ ਕਿਸੇ ਵੀ ਕੰਪੋਨੈਂਟ ਤੇ, ਜਿੱਦਾਂ ਸਪੋਜ਼ ਕਰੋ ਕੰਪੋਨੈਂਟ ਕਿਸ ਤਰ੍ਹਾਂ ਕਿੰਨਾ ਸਿੱਧਾ ਹੈ, ਠੀਕ ਹੈ, ਉਸਦੀ ਸਟੇਟਮੈਂਟ ਨੂੰ ਦਰਸਾਉਂਦੀ ਹੈ। ਉਸਦੀ ਸਰਕੂਲਰਿਟੀ, ਉਹਦੀ ਰਾਉਂਡਨੈਸ ਕਿੰਨੀ ਹੈ, ਜਾਂ ਕੋਈ ਆਪਣਾ ਪਲੇਨ ਸਰਫੇਸ ਆ, ਉਸਦੀ ਫਲੈਟਨੈਸ ਵੀ ਉਹ ਕਿੰਨਾ ਪੱਧਰਾ ਹੈ, ਜਾਂ ਕੋਈ ਸਿਲੰਡਰ ਹੈ ਤਾਂ ਉਹਦੀ ਸਿਲੰਡਰਸਿਟੀ ਨੂੰ ਦਰਸਾਉਂਦੀ ਹੈ। ਜਿਹੜੀ ਵੀ ਇੰਡੀਵਿਜੂਅਲੀ ਟੋਲरेंसेस ਹੈ ਕਿਸੇ ਵੀ ਕੰਪੋਨੈਂਟ ਦੀ, ਉਹ ਫਾਰਮ ਟੋਲरेंसेस ਦੀ ਕੈਟਾਗਰੀ ਦੇ ਵਿੱਚ ਆਉਂਦੀ ਹੈ। ਨੰਬਰ 2 ਤੇ ਹੈਗੀ ਜਿਹੜੀ ਓਰੀਐਂਟੇਸ਼ਨਲ ਟੋਲरेंसेस, ਠੀਕ ਹੈ, ਇਹ ਵਾਲੀ ਕਿਸੇ ਦੇ ਨਾਲ ਰਿਲੇਸ਼ਨ ਬਣਾ ਕੇ ਆਉਂਦੀ ਹੈ। ਜਿਸ ਤਰ੍ਹਾਂ ਪਰਪੈਂਡੀਕੁਲਰਿਟੀ ਹੋ ਗਈ, ਪੈਰਲਿਜ਼ਮ ਹੋ ਗਿਆ, ਐਂਗੂਲਰਿਟੀ ਹੋ ਗਈ। ਪਰਪੈਂਡੀਕੁਲਰਿਟੀ ਕੀ ਹੁੰਦੀ ਹੈ? ਆਪਣੀ ਇੱਕ ਬੇਸ ਦੇ ਨਾਲ ਆਪਾਂ ਕੋਈ ਕੰਪੋਨੈਂਟ ਬਿਲਡ ਕਰਦੇ ਹਾਂ ਜਾਂ ਹੋਰ, ਉਹ ਕਿੰਨਾ ਸਿੱਧਾ ਹੈ, ਉਸ ਨੂੰ ਆਪਾਂ ਓਰੀਐਂਟੇਸ਼ਨਲ ਟੋਲरेंस ਦੇ ਨਾਲ ਕੰਟਰੋਲ ਕਰਦੇ ਹਾਂ। ਇਸੇ ਤਰ੍ਹਾਂ ਹੀ 2 ਪਾਰਟਸ ਆਪਣੇ ਸਪੋਜ਼ ਕਰੋ, ਪਹਿਲਾਂ ਤਾਂ ਆਪਾਂ H ਬਣਾ ਲਈ ਹੈ। H ਦੇ ਵਿੱਚ ਵਾਲਾ ਪੋਰਸ਼ਨ ਤੇ ਜਿਹੜੇ ਉੱਪਰ ਦੋਨੇ H ਦੀਆਂ ਪਲੇਨ ਹੈਗੀਆਂ ਪਲੇਟਸ, ਉਸ ਦਾ ਪੈਰਲਿਜ਼ਮ, ਦੋਨਾਂ ਪਲੇਟਾਂ ਦਾ ਪੈਰਲਿਜ਼ਮ ਕਿੰਨਾ ਹੈ, ਉਹ ਓਰੀਐਂਟੇਸ਼ਨਲ ਟੋਲरेंसेस ਦੇ ਨਾਲ ਕੰਟਰੋਲ ਕਰਦੇ ਆ। ਨੰਬਰ 4 ਹੈਗੀ ਆਪਣੀ ਪੋਜੀਸ਼ਨਲ ਟੋਲरेंसेस। ਪੋਜੀਸ਼ਨਲ ਟੋਲरेंसेस ਕੀ ਹੈ? ਇਹ ਕਿਸੇ ਵੀ ਕੰਪੋਨੈਂਟ ਦੇ ਵਿੱਚ ਜੋ ਆਪਰੇਸ਼ਨ ਕੀਤੇ ਜਾਂਦੇ ਆ, ਠੀਕ ਹੈ, ਅਕੋਰਡਿੰਗ ਟੂ ਰੈਫਰੈਂਸ, ਸਪੋਜ਼ ਕਰੋ
ਕੋਈ ਹੋਲ ਕੀਤਾ ਜਾਂਦਾ ਰੈਫਰੈਂਸ ਤੋਂ ਕੀ ਹੈ ਉਸਦੀ ਪੋਜੀਸ਼ਨਿੰਗ ਨੂੰ ਕੰਟਰੋਲ ਕਰਦਾ ਹੈ ਵੀ ਇਸ ਸਾਈਜ਼ ਦਾ ਇਸ x ਇੰਨਾ ਹੈ y ਇੰਨਾ ਹੈ ਉਸਦੀ ਟੋਲਰੈਂਸ ਦਿੱਤੀ ਜਾਂਦੀ ਹੈ ਜਾਂ ਸੈਂਟਰ ਲਾਈਨ ਤੋਂ ਸਿਮੈਟਰੀ ਦਿੱਤੀ ਜਾਂਦੀ ਹੈ ਜਾਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਐਗਜ਼ਾਮਪਲ ਦਿੱਤੀ ਹੈ ਕੰਸੈਂਟ੍ਰਿਸਿਟੀ ਦੀ ਠੀਕ ਹੈ ਕੰਸੈਂਟ੍ਰਿਸਿਟੀ ਵੀ ਪੋਜੀਸ਼ਨ ਟੋਲਰੈਂਸ ਦੇ ਵਿੱਚ ਹੀ ਆਉਂਦੀ ਹੈ ਟੋਲਰੈਂਸ ਦੇ ਵਿੱਚ ਇੱਕ ਕਮਿਊਨਿਟਿਵ ਇਫੈਕਟ ਪੈਂਦਾ ਹੈ ਸਪੋਜ਼ ਕਰੋ ਜਿਸ ਤਰ੍ਹਾਂ ਕਿ ਡਰਾਇੰਗ ਦੇ ਵਿੱਚ ਦਰਸਾਇਆ ਗਿਆ ਹੈ ਇਹ ਸਮਾਲ ਡਾਇਆਮੀਟਰ ਹੈ L1 ਠੀਕ ਹੈ LA ਜਾਂ LB LC ਇਹਨਾਂ ਤਿੰਨਾਂ ਤੇ ਅਲੱਗ-ਅਲੱਗ ਟੋਲਰੈਂਸ ਦਿੱਤੀ ਗਈ ਹੈ LA ਤੇ ਆਪਾਂ +0.02 -0.01 ਇਸੇ ਤਰ੍ਹਾਂ ਹੀ B ਤੇ ਵੀ ਸੇਮ ਦਿੱਤੀ ਗਈ ਹੈ C ਤੇ ਵੀ ਸੇਮ ਦਿੱਤੀ ਗਈ ਹੈ ਲੇਕਿਨ ਜਦੋਂ ਆਪਾਂ ਤਿੰਨਾਂ ਨੂੰ ਮੈਨੂਫੈਕਚਰਿੰਗ ਕਰਦੇ ਆ ਇੱਕ ਡਾਇਆਮੀਟਰ A ਵਾਲਾ B ਵਾਲਾ ਤੇ C ਵਾਲਾ ਤਿੰਨਾਂ ਦਾ ਇਫੈਕਟ ਕੀ ਪਵੇਗਾ ਜਿਹੜੀ ਇਸ ਦੀ ਟੋਟਲ ਲੈਂਥ ਠੀਕ ਹੈ ਉਸ ਦੇ ਵਿੱਚ ਡਿਫਰੈਂਸ ਆ ਜਾਏਗਾ ਜਿਸ ਤਰ੍ਹਾਂ ਇੱਥੇ ਦੱਸਿਆ ਗਿਆ ਹੈ ਟੋਟਲ L ਆਪਣੀ ਬਣਦੀ ਹੈ 30 + 20 + 10 = 60 ਮਿਲੀਮੀਟਰ ਉਸੇ ਤਰ੍ਹਾਂ ਹੀ ਨੈਕਸਟ ਸਲਾਈਡ ਤੇ ਮੈਂ ਤੁਹਾਨੂੰ ਦਿਖਾਉਣਾ ਜਿਹੜਾ ਕਮਿਊਲੇਟਿਵ ਟੋਲਰੈਂਸਸ ਹੈਗੀ ਆ ਉਹ ਪਲੱਸ ਦੇ ਵਿੱਚ ਹੈਗੀ ਆ 0.02 0202 ਤਿੰਨਾਂ ਦੀ ਮਿਲਾ ਕੇ 0.06 ਆਉਂਦੀ ਹੈ ਇਸੇ ਤਰ੍ਹਾਂ ਹੀ ਜਿਹੜੀ ਲੋਅਰ ਲਿਮਿਟ ਹੈ ਉਹ ਮਾਈਨਸ ਦੇ ਵਿੱਚ 0.01 ਤਿੰਨਾਂ ਦੀ ਕਾਮਨ ਹੈ ਤੇ ਇਹ -0.03 mm ਆ ਰਹੀ ਹੈ ਸੋ ਜੋ ਟੋਟਲ ਲੈਂਥ ਹੈ ਆਪਣੀ 60 ਦੀ 60 mm ਟੋਟਲ ਲੈਂਥ ਹੈ ਉਸ ਤੇ ਜੋ ਟੋਲਰੈਂਸ ਬਣਦੀ ਹੈ +0.06 -0.03 ਠੀਕ ਹੈ ਇਸ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਆਪਾਂ ਕੀ ਕਰਦੇ ਆ ਕਿ ਹਮੇਸ਼ਾ ਜੋ ਡਰਾਇੰਗ ਆ ਜੋ ਆਪਾਂ ਨੂੰ ਦੇ ਰਿਹਾ ਡਰਾਇੰਗ ਉਹ ਟੋਟਲ ਲੈਂਥ ਹਮੇਸ਼ਾ 3 ਡਾਈਮੈਂਸ਼ਨਾਂ ਨਾ ਦੇ ਕੇ ਇੱਕ ਟੋਟਲ ਲੈਂਥ ਡਾਈਮੈਂਸ਼ਨ ਦਵੇ ਤੇ 2 ਛੋਟੀਆਂ ਡਾਈਮੈਂਸ਼ਨਾਂ ਦਵੇ ਇਸ ਨਾਲ ਕੋਈ ਕਨਫਿਊਜ਼ਨ ਕ੍ਰੀਏਟ ਨਹੀਂ ਹੁੰਦੀ 60 ਤੇ ਵੀ ਸੇਮ ਡਾਈਮੈਂਸ਼ਨ ਆ ਗਈ 30 ਤੇ ਵੀ 10 ਤੇ ਵੀ ਇਸ ਨੂੰ ਆਪਾਂ ਜੋ ਕਮਿਊਲੇਟਿਵ ਇਫੈਕਟ ਆ ਟੋਲਰੈਂਸਸ ਆ ਉਹ ਆਪਾਂ ਇਸ ਤਰ੍ਹਾਂ ਰਿਮੂਵ ਕਰ ਸਕਦੇ ਹਾਂ ਨੈਕਸਟ ਟੌਪਿਕ ਹੈਗਾ ਆਪਣਾ ਫਿਟਸ ਕੋਈ ਵੀ ਦੋ ਅਸੈਂਬਲ ਪਾਰਟਸ ਦੇ ਵਿੱਚ ਜੋ ਆਪਾਂ ਰਿਲੇਸ਼ਨ ਬਣਾਉਨੇ ਆ ਆਪਾਂ ਆਪਣੇ ਆਪ ਉਸ ਦਾ ਸਾਈਜ਼ ਜਾਂ ਡਿਫਰੈਂਸ ਦੇਖ ਕੇ ਜਾਂ ਇਸ ਨੂੰ ਆਪਾਂ ਐਗਜ਼ਾਮਪਲ ਦੇ ਤੌਰ ਤੇ ਜਾਂ ਇਹਦੀ ਡੈਫੀਨੇਸ਼ਨ ਕਹਿ ਸਕਦੇ ਆ the degree of tightness and looseness between the two matching parts ਦੋ ਮੈਚਿੰਗ ਪਾਰਟਸ ਦੇ ਵਿੱਚ ਜਿੰਨਾ ਆਪਾਂ ਟਾਈਟਨੈਸ ਜਾਂ ਲੂਜ਼ਨੈਸ ਰੱਖਣਾ ਚਾਹੁੰਦੇ ਆ ਉਹ ਪ੍ਰਾਪਤ ਕਰਨ ਲਈ ਜੋ ਕੰਪੋਨੈਂਟ ਦੇ ਵਿੱਚ ਆਪਾਂ ਰਿਲੇਸ਼ਨ ਬਣਾਉਂਦੇ ਆ ਜਾਂ ਸਾਈਜ਼ ਮੇਨਟੇਨ ਕਰਦੇ ਆ ਉਸ ਨੂੰ ਆਪਾਂ ਫਿਟ ਕਹਿੰਦੇ ਆ ਇਸੇ ਤਰ੍ਹਾਂ ਇਹ ਤੁਹਾਨੂੰ ਡਰਾਇੰਗ ਦੇ ਵਿੱਚ ਨੀਚੇ ਦਿੱਤਾ ਹੈ ਇਹ ਆਪਣਾ ਹੋਲ ਇਸੇ ਤਰ੍ਹਾਂ ਸ਼ਾਫਟ ਠੀਕ ਹੈ ਇਹ ਤੁਹਾਡੀ ਆ ਮੈਕਸਿਮਮ ਲਿਮਿਟ ਤੇ ਮਿਨੀਮਮ ਲਿਮਿਟ ਇਸੇ ਤਰ੍ਹਾਂ ਸ਼ਾਫਟ ਦੀ ਲੋਅਰ ਲਿਮਿਟ ਅਤੇ ਹਾਈ ਲਿਮਿਟ ਲੇਕਿਨ ਦੋਨਾਂ ਦੇ ਵਿੱਚ ਜਿਹੜਾ ਇਹ ਗੈਪ ਨਜ਼ਰ ਆ ਰਿਹਾ ਇਹ ਆਪਾਂ ਲੋੜੀਂਦੀ ਫਿੱਟ ਪ੍ਰਾਪਤ ਕਰਨ ਲਈ ਆਪ ਰੱਖਿਆ ਇਸ ਨੂੰ ਆਪਾਂ ਫਿੱਟ ਕਹਿੰਦੇ ਆ ਠੀਕ ਹੈ ਇਹ ਕਿਸ ਤਰ੍ਹਾਂ ਦੀ ਫਿੱਟ ਹੈ ਇਸ ਦੇ ਬਾਰੇ ਮੈਂ ਤੁਹਾਨੂੰ ਅੱਗੇ ਨੈਕਸਟ ਸਲਾਈਡ ਦੇ ਵਿੱਚ ਦੱਸਾਂਗਾ ਸੋ ਮੈਂ ਤੁਹਾਨੂੰ ਫਿੱਟ ਦੱਸਿਆ ਫਿੱਟ ਕਿਸ ਤਰ੍ਹਾਂ ਪ੍ਰਾਪਤ ਕੀਤੀ ਜਾ ਸਕਦੀ ਹੈ ਦੋ ਮੈਚਿੰਗ ਪਾਰਟਸ ਨੂੰ ਆਪਾਂ ਅਲੱਗ-ਅਲੱਗ ਸਾਈਜ਼ ਮੇਨਟੇਨ ਕਰਕੇ ਜਿਹੜੀ ਆਪਾਂ ਲੋੜੀਂਦੀ ਫਿੱਟ ਆਪਣੀ ਫੰਕਸ਼ਨਿੰਗ ਫਿੱਟ ਹੈ ਉਸ ਆਪਣੀ 3 ਪ੍ਰਕਾਰ ਦੀ ਹੁੰਦੀ ਹੈ ਨੰਬਰ 1 ਹੈਗੀ ਕਲੀਅਰੈਂਸ ਫਿੱਟ ਨੰਬਰ 2 ਹੈਗੀ ਇੰਟਰਫੇਰੈਂਸ ਫਿੱਟ ਨੰਬਰ 3 ਟ੍ਰਾਂਜੀਸ਼ਨ ਫਿੱਟ ਕਲੀਅਰੈਂਸ ਫਿੱਟ ਕਿਹੜੀ ਹੁੰਦੀ ਹੈ ਕਲੀਅਰੈਂਸ ਫਿੱਟ ਦੇ ਵਿੱਚ ਜਦੋਂ ਹੋਲ ਦਾ ਸਾਈਜ਼ ਵੱਡਾ ਹੋਵੇ ਅਤੇ ਸ਼ਾਫਟ ਦਾ ਸਾਈਜ਼ ਛੋਟਾ ਹੋਵੇ ਤੇ ਦੋਨਾਂ ਦੇ ਵਿਚਾਲੇ ਇਸ ਤਰ੍ਹਾਂ ਦਾ ਗੈਪ ਹੋਵੇ ਜੋ ਆਪਾਂ ਜਾਣਬੁੱਝ ਕੇ ਮੇਨਟੇਨ ਰੱਖਦੇ ਆ ਲੋੜੀਂਦੀ ਫਿੱਟ ਪ੍ਰਾਪਤ ਕਰਨ ਦੇ ਲਈ ਉਸ ਨੂੰ ਆਪਾਂ ਕਲੀਅਰੈਂਸ ਕਹਿੰਦੇ ਆ ਕਲੀਅਰੈਂਸ ਫਿੱਟ ਕਹਿੰਦੇ ਆ ਜਿਸ ਤਰ੍ਹਾਂ ਕਿ ਦਰਸਾਇਆ ਗਿਆ ਹੈ ਇਸ ਦਾ ਮਿਨੀਮਮ ਕਲੀਅਰੈਂਸ ਇੰਨੇ ਤੋਂ ਲੈ ਕੇ ਇੱਥੇ ਤੱਕ ਹੋ ਸਕਦਾ ਹੈ ਠੀਕ ਹੈ ਅਕੋਰਡਿੰਗ ਟੂ ਆਪਾਂ ਜੋ ਉੱਤੇ ਲਿਮਿਟੇਸ਼ਨਸ ਦਿੱਤੀਆਂ ਹੋਈਆਂ ਕਲੀਅਰੈਂਸ ਫਿੱਟ ਪ੍ਰਾਪਤ ਕਰਨ ਦੇ ਲਈ ਸੋ ਜੋ ਲਾਰਜੈਸਟ ਪਰਮਿਸਿਬਲ ਡਾਇਆਮੀਟਰ ਹੈ ਸ਼ਾਫਟ ਦਾ ਉਹ ਹਮੇਸ਼ਾ ਸਮਾਲਰ ਦੈਨ ਦਾ ਡਾਇਆਮੀਟਰ ਆਫ ਦਾ ਸਮਾਲੈਸਟ ਹੋਲ ਜਦੋਂ ਵੀ ਹੋਏਗਾ ਇਹ ਆਪਾਂ ਨੂੰ ਕਲੀਅਰੈਂਸ ਫਿੱਟ ਪ੍ਰਾਪਤ ਹੋਵੇਗੀ ਜਦੋਂ ਕਲੀਅਰੈਂਸ ਫਿੱਟ ਪ੍ਰਾਪਤ ਹੋਵੇਗੀ ਇਸ ਦੇ ਵਿੱਚ ਆਪਣਾ ਅਲਾਉਂਸ ਹਮੇਸ਼ਾ ਪੋਜ਼ਿਟਿਵ ਹੋਵੇਗਾ ਕਲੀਅਰੈਂਸ ਫਿੱਟ ਨੂੰ ਆਪਾਂ ਸਬ ਕਲਾਸੀਫਾਈਡ ਕਰ ਸਕਦੇ ਹਾਂ ਅੱਗੇ 3 ਭਾਗਾਂ ਦੇ ਵਿੱਚ
ਨੰਬਰ 1 ਹੈਗੀ ਆਪਣੀ ਲੂਜ਼ ਫਿਟ, ਨੰਬਰ 2 ਹੈਗੀ ਆ ਰਨਿੰਗ ਫਿਟ, ਨੰਬਰ 3 ਹੈਗੀ ਆ ਸਲਾਈਡ ਫਿਟ ਜਾਂ ਮੀਡੀਅਮ ਫਿਟ। ਲੂਜ਼ ਫਿਟ ਇਹ ਆਪਾਂ ਰਫ ਵਰਕ ਦੇ ਲਈ ਯੂਜ਼ ਕਰਦੇ ਆ, ਜਿੱਥੇ ਆਪਾਂ ਜ਼ਿਆਦਾ ਪ੍ਰਸੀਜਨ ਕੰਮ ਨਾ ਹੋਵੇ, ਆਪਾਂ ਪੁੜੀਆਂ ਵਗੈਰਾ ਜਾਂ ਜਿੱਥੇ ਆਰਾਮ ਨਾਲ ਪਾਈਏ ਤਾਂ ਉੱਤੇ ਚਾਬੀ ਕਸੀ ਜਾਂ ਹੋਰ ਆਪਾਂ ਜਾਂ ਐਗਰੀਕਲਚਰ ਮਸ਼ੀਨਰੀ ਦੇ ਪਾਰਟਸ ਦੇ ਵਿੱਚ ਆਪਾਂ ਯੂਜ਼ ਕਰ ਸਕਦੇ ਹਾਂ। ਨੰਬਰ 2 ਹੈਗੀ ਆਪਣੀ ਰਨਿੰਗ ਫਿਟ। ਰਨਿੰਗ ਫਿਟ ਦੇ ਵਿੱਚ ਆਪਾਂ ਜੋ ਅਲਾਉਂਸ ਰੱਖਦੇ ਆ ਉਹ 0.025 mm, ਠੀਕ ਹੈ, ਇਸ ਦੇ ਨੇੜੇ ਤੇੜੇ ਰੱਖਦੇ ਆ ਤਾਂ ਕਿ ਆਪਣਾ ਕੋਈ ਵੀ ਪਾਰਟਸ ਆ ਓਵਲਟੀ ਨਾ ਵਿੱਚ ਘੁੰਮ ਨਾ ਸਕੇ ਜਾਂ ਹੋਰ, ਠੀਕ ਹੈ। ਨੰਬਰ 3 ਹੈਗੀ ਆਪਣੀ ਸਲਾਈਡ ਫਿਟ। ਇਸ ਦੇ ਵਿੱਚ ਆਪਾਂ ਹੋਰ ਵੀ ਜ਼ਿਆਦਾ ਪ੍ਰਸੀਜਨ ਰੱਖਦੇ ਆ ਤਾਂ ਕਿ ਸਲਾਈਡਾਂ ਦੇ ਵਿੱਚ ਸਿਰਫ ਓਲਿੰਗ ਦਾ ਜੋ ਗੈਪ ਆ ਬਸ ਉਹੀ ਦਿੱਤਾ ਜਾ ਸਕੇ, ਇਹ ਆਰਾਮ ਨਾਲ ਮੂਵ ਕਰ ਸਕਣ, ਸਲਾਈਡ ਕਰ ਸਕਣ। ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਹੋਣਾ ਸਾਈਡ ਸਲਾਈਡ ਵਾਲਵ ਜਾਂ ਹੋਰ ਆਟੋਮੋਬਾਈਲ ਪਾਰਟਸ ਦੇ ਵਿੱਚ ਆਪਾਂ ਇਹ ਯੂਜ਼ ਕਰਦੇ ਹਾਂ, ਇਸ ਜ਼ਿਆਦਾ ਪ੍ਰਸੀਜਨ ਹੁੰਦੀ ਹੈ। ਕਲੀਅਰੈਂਸ ਫਿਟ ਦੀ ਐਗਜ਼ਾਮਪਲ ਆਪਣੀ ਇਹ ਵਾਲੀ ਹੈ, ਇਹ ਵਾਲਾ ਆਪਣਾ ਹੋਲ ਦਾ ਡਾਇਆਮੀਟਰ ਹੈ H7 ਤੇ ਸ਼ਾਫਟ ਦਾ ਡਾਇਆਮੀਟਰ ਹੈ F6। ਜਦੋਂ ਆਪਾਂ ਇਸ ਨੂੰ ਮੂਵ ਕਰਦੇ ਹਾਂ ਪਾਰਟਸ ਨੂੰ ਤਾਂ ਇਹ ਹਮੇਸ਼ਾ ਉਸ ਦੇ ਵਿੱਚ ਪਹੁੰਚਾਉਣ ਤੋਂ ਉਪਰੰਤ ਇੱਥੇ ਆਪਣੀ ਕਲੀਅਰੈਂਸ ਵੱਜਦੀ ਹੈ, ਇਸ ਨੂੰ ਆਪਾਂ ਕਲੀਅਰੈਂਸ ਫਿਟ ਕਹਿੰਦੇ ਹਾਂ। ਨੰਬਰ 2 ਹੈਗੀ ਇੰਟਰਫੇਰੈਂਸ ਫਿਟ, ਠੀਕ ਹੈ। ਇੰਟਰਫੇਰੈਂਸ ਫਿਟ ਕਿਹੜੀ ਹੁੰਦੀ ਆ, ਇਸ ਦੇ ਵਿੱਚ ਕਲੀਅਰੈਂਸ ਫਿਟ ਦੇ ਬਿਲਕੁਲ ਆਪੋਜ਼ਿਟ ਸਾਈਡ ਹੁੰਦਾ ਹੈ। ਇਸ ਦੇ ਵਿੱਚ ਆਪਣਾ ਸ਼ਾਫਟ ਦਾ ਡਾਇਆਮੀਟਰ ਵੱਡਾ ਹੁੰਦਾ ਹੈ ਤੇ ਹੋਲ ਦਾ ਡਾਇਆਮੀਟਰ ਛੋਟਾ ਹੁੰਦਾ ਹੈ। ਇਹ ਫਿਟ ਉੱਥੇ ਹੀ ਯੂਜ਼ ਕੀਤੀ ਜਾ ਸਕਦੀ ਹੈ ਜਿੱਥੇ ਆਪਾਂ ਕੋਈ ਵੀ ਪਾਰਟਸ ਮੂਵੇਬਲ ਨਾ ਕਰਨਾ ਹੋਵੇ, ਪਰਮਾਨੈਂਟ ਫਿਟ ਕਰਨਾ ਹੋਵੇ, ਠੀਕ ਹੈ, ਇਸ ਦੇ ਮੂਵੇਬਿਲਿਟੀ ਨਹੀਂ ਹੁੰਦੀ। ਇੰਟਰਫੇਰੈਂਸ ਫਿਟ ਨੂੰ ਆਪਾਂ 3 ਭਾਗਾਂ ਵਿੱਚ ਅੱਗੇ ਸਬ ਕਲਾਸੀਫਾਈਡ ਕੀਤਾ ਜਾ ਸਕਦਾ ਹੈ, ਹੈਵੀ ਫੋਰਸ ਫਿਟ, ਮੀਡੀਅਮ ਫੋਰਸ ਫਿਟ, ਟਾਈਟ ਫਿਟ ਅਤੇ ਪ੍ਰੈਸ ਫਿਟ। ਟਾਈਟ ਫਿਟ ਜਾਂ ਪ੍ਰੈਸ ਫਿਟ। ਹੈਵੀ ਫੋਰਸ ਫਿਟ ਕਿਹੜੀ ਹੁੰਦੀ ਹੈ, ਇਸ ਦੇ ਵਿੱਚ ਵੱਧ ਤੋਂ ਵੱਧ ਨੈਗੇਟਿਵ ਅਲਾਉਂਸ ਦਿੱਤਾ ਜਾਂਦਾ ਹੈ, ਠੀਕ ਹੈ, ਤੇ ਹੋਲ ਨੂੰ ਹੀਟ ਕਰਨ ਤੋਂ ਉਪਰੰਤ ਉਸ ਦੇ ਵਿੱਚ ਸ਼ਾਫਟ ਪਾ ਕੇ ਉਸ ਨੂੰ ਠੰਡਾ ਹੋਣ ਤੱਕ ਰੱਖਿਆ ਜਾਂਦਾ ਹੈ। ਜਦੋਂ ਪਾਰਟਸ ਹੋਲ ਦਾ ਠੰਡਾ ਹੁੰਦਾ ਹੈ ਤਾਂ ਉਹ ਬਿਲਕੁਲ ਪਕੜ ਕਰ ਲੈਂਦਾ ਹੈ, ਇਸ ਨੂੰ ਹੈਵੀ ਫੋਰਸ ਫਿਟ ਕਹਿੰਦੇ ਆ। ਮੀਡੀਅਮ ਫੋਰਸ ਫਿਟ ਦੇ ਵਿੱਚ ਆਪਾਂ ਇਹ ਹਲਕੇ ਹਾਈਡ੍ਰੋਲਿਕ ਪ੍ਰੈਸ਼ਰ ਦੇ ਨਾਲ ਜਾਂ ਕਿਸੇ ਹੋਰ ਦੇ ਨਾਲ ਆਪਾਂ ਫਿਟ ਕਰਦੇ ਆ, ਇਹ ਵੀ ਪਰਮਾਨੈਂਟ ਫਿਟਿੰਗ ਰਹਿੰਦੀ ਹੈ। ਨੰਬਰ 3 ਹੈਗੀ ਆਪਣੀ ਟਾਈਟ ਫਿਟ ਜਾਂ ਪ੍ਰੈਸ ਫਿਟ। ਇਸ ਦੇ ਵਿੱਚ ਜਿਸ ਤਰ੍ਹਾਂ ਆਪਾਂ ਕਿਸੇ ਡਾਈ ਸੈਟ ਦੇ ਵਿੱਚ ਪਿਲਰ ਵਗੈਰਾ ਫਿਟ ਕਰਦੇ ਆ ਜਾਂ ਹੋਰ, ਠੀਕ ਹੈ, ਜਿਸ ਨੂੰ ਆਪਾਂ ਬਾਅਦ ਚ ਵੀ ਫੋਰਸਲੀ ਆਪਾਂ ਕੱਢ ਸਕੀਏ, ਜਾਂ ਸ਼ਾਫਟ ਜਾਂ ਰੋਕਰ ਆਰਮ ਜਾਂ ਪੁਲੀ ਜਾਂ ਉਸ ਦੇ ਵਿੱਚ ਕੀਆਂ ਦੇ ਵਿੱਚ ਆਪਾਂ ਟਾਈਟ ਪ੍ਰੈਸ ਫਿਟ ਰੱਖਦੇ ਹਾਂ। ਨੰਬਰ 3 ਹੈਗੀ ਆਪਣੀ ਇੰਟਰਫੇਰੈਂਸ ਫਿਟ। ਸੌਰੀ 2 ਦੇ ਵਿੱਚ ਇੰਟਰਫੇਰੈਂਸ ਫਿਟ ਦੇ ਵਿੱਚ ਆਪਣਾ ਕੀ ਹੈ, ਹੋਲ ਦਾ ਸ਼ਾਫਟ ਛੋਟਾ ਹੈ ਤੇ ਸ਼ਾਫਟ ਦਾ ਸਾਈਜ਼ ਆਪਣਾ ਵੱਡਾ ਹੈ। ਤੋ ਇਸ ਦੇ ਵਿੱਚ ਕੀ ਹੈ, ਜੋ ਕਲੀਅਰੈਂਸ ਆਪਣਾ ਬਚਦਾ ਹੈ ਇਹ ਅਲਾਉਂਸ ਆਪਣਾ ਨੈਗੇਟਿਵ ਦੇ ਵਿੱਚ ਚਲਾ ਜਾਂਦਾ ਹੈ। ਇਹ ਹਮੇਸ਼ਾ ਪਰਮਾਨੈਂਟ ਹੀ ਰਹਿੰਦਾ ਹੈ, ਇਸ ਨੂੰ ਆਪਾਂ ਕਿਸੇ ਪਾਰਟਸ ਨੂੰ ਆਪਾਂ ਮੂਵ ਨਹੀਂ ਕਰ ਸਕਦੇ। ਇਸ ਤਰ੍ਹਾਂ ਇਸ ਡਰਾਇੰਗ ਦੇ ਵਿੱਚ ਜਿਸ ਤਰ੍ਹਾਂ ਦਿਖਾਇਆ ਗਿਆ ਹੈ, ਇਹ ਆਪਣੀ ਇੱਧਰ ਵਾਲੀ ਕਲੀਅਰੈਂਸ ਫਿਟ ਹੈ, ਇਹ ਆਪਣਾ ਹੋਲ ਹੈ, ਕਾਮਨ ਹੈ। ਇਹ ਸ਼ਾਫਟ ਹੋਲ ਦੇ ਨਾਲੋਂ ਛੋਟੀ ਹੈ, ਇਸ ਨੂੰ ਆਪਾਂ ਕਲੀਅਰੈਂਸ ਫਿਟ ਕਹਿੰਦੇ ਆ। ਇਹ ਵਾਲੀ ਸ਼ਾਫਟ ਆਪਣੀ ਹੋਲ ਦੇ ਨਾਲੋਂ ਵੱਡੀ ਹੈ, ਇਸ ਤੋਂ ਵੱਡੀ ਹੋਣ ਕਰਕੇ ਇਹ ਪਰਮਾਨੈਂਟ ਇੱਕ ਵਾਰ ਪ੍ਰੈਸ਼ਰ ਦੇ ਨਾਲ ਜਾਂ ਹਾਈਡ੍ਰੋਲਿਕ ਸਿਸਟਮ ਦੇ ਨਾਲ ਫਿਟ ਹੋ ਜਾਏਗੀ ਤੇ ਆਪਣੀ ਇਹ ਉਸ ਤੋਂ ਬਾਅਦ ਮੂਵ ਨਹੀਂ ਹੋ ਸਕੇਗੀ। ਨੰਬਰ 3 ਹੈਗੀ ਆਪਣੀ ਟ੍ਰਾਂਜੀਸ਼ਨ ਫਿਟ। ਟ੍ਰਾਂਜੀਸ਼ਨ ਫਿਟ ਕੀ ਹੈ, ਦੋਨਾਂ ਦਾ ਕਲੀਅਰੈਂਸ ਫਿਟ ਜਾਂ ਇੰਟਰਫੇਰੈਂਸ ਦਾ ਜੋ ਵਿੱਚ ਸੈਂਟਰ ਵਾਲਾ ਮੇਲ ਹੈ ਉਸ ਨੂੰ ਆਪਾਂ ਕਲੀਅਰੈਂਸ ਫਿਟ ਕਹਿੰਦੇ ਆ। ਇਹ ਕਲੀਅਰੈਂਸ ਫਿਟ 'ਚ ਵੀ ਆ ਸਕਦੀ ਹੈ ਤੇ ਇੰਟਰਫੇਰੈਂਸ ਫਿਟ 'ਚ ਵੀ ਆ ਸਕਦੀ ਹੈ, ਦੋਨਾਂ ਦਾ ਕੰਬਾਈਨਡ ਹੈ। ਇਸ ਦੇ ਵਿੱਚ ਮੋਸਟਲੀ ਲਗਭਗ ਜੋ ਸਾਈਜ਼ ਹੈ ਉਹ ਹੋਲ ਤੇ ਸ਼ਾਫਟ ਦਾ ਬਿਲਕੁਲ ਬਰਾਬਰ ਜਿਹਾ ਆ ਜਾਂਦਾ ਹੈ। ਇਹ ਜ਼ਿਆਦਾਤਰ ਸਲਾਈਡ ਫਿਟ ਜਾਂ ਪੁਸ਼ ਫਿਟ, ਜਿਸ ਤਰ੍ਹਾਂ ਕਿ ਇਸ ਨੂੰ ਸਬ ਕਲਾਸੀਫਾਈਡ ਕੀਤਾ ਜਾਂਦਾ ਪੁਸ਼ ਫਿਟ 'ਚ ਹਲਕਾ ਜਿਹਾ ਆਪਾਂ ਜਿੱਦਾਂ ਡਬਲ ਪਿੰਨ ਆ ਉਸ ਨੂੰ ਹੱਥ ਨਾਲ ਜਾਂ ਅੰਗੂਠੇ ਨਾਲ ਪੁਸ਼ ਕਰਦੇ ਆ। ਇਸ ਦੇ ਵਿੱਚ ਜਦੋਂ ਪੁਸ਼ ਕਰਦੇ ਆ ਤਾਂ ਇਹ ਬਿਲਕੁਲ ਹਲਕੇ ਜਿਹੇ ਫੋਰਸ ਦੇ ਨਾਲ ਇਹ ਮੂਵ ਕਰਦੀ ਹੈ। ਇਸ ਦਾ ਮਤਲਬ ਇਹ ਹੈ ਵੀ ਇਸ ਦਾ ਹੋਲ ਤੇ ਡਾਇਆਮੀਟਰ ਦਾ ਸ਼ਾਫਟ ਬਿਲਕੁਲ ਪੂਰਾ ਬਰਾਬਰ ਹੈ। ਪੁਸ਼ ਫਿਟ ਨੂੰ ਆਪਾਂ ਸਨਗ ਫਿਟ ਵੀ
ਕਹਿ ਸਕਦੇ ਹਾਂ, ਜਾਂ ਇਸ ਨੂੰ ਸਨਗ ਫਿਟ ਵੀ ਨਾਮ ਦਿੱਤਾ ਜਾਂਦਾ ਹੈ। ਰਿੰਗਿੰਗ ਫਿਟ ਇਸ ਦੇ ਵਿੱਚ ਹੱਥ ਦੇ ਪ੍ਰੈਸ਼ਰ ਨਾਲੋਂ ਥੋੜੀ ਜਿਹੀ ਫੋਰਸ ਆਪਣੀ ਜ਼ਿਆਦਾ ਲੱਗਦੀ ਹੈ। ਇਹ ਆਪਾਂ ਫਿਕਸਿੰਗ ਕੀਜ਼ ਵਗੈਰਾ ਜਾਂ ਹੋਰ ਪਿੰਸ ਵਗੈਰਾ ਫਿਕਸ ਕਰਨ ਨੂੰ ਕਹਿੰਦੇ ਆ। ਟ੍ਰਾਂਜੀਸ਼ਨ ਫਿਟ ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਦਿਖਾਇਆ ਗਿਆ ਹੈ ਡਾਇਆ 50 H7 ਡਾਇਆ 50 J6, ਜਦੋਂ ਇਸ ਨੂੰ ਆਪਾਂ ਮੂਵ ਕਰਦੇ ਹਾਂ ਇਸ ਦੇ ਵਿੱਚ ਇਹ ਛੋਟਾ ਡਾਇਆਮੀਟਰ, ਇਹ ਵੱਡਾ ਡਾਇਆਮੀਟਰ, ਕਿਉਂਕਿ ਇਹ ਸਾਈਜ਼ ਇਸ ਦੇ ਵਿੱਚ ਆ ਸਕਦਾ ਹੈ। ਜਦੋਂ ਇਹ ਆਪਾਂ ਫਿਟ ਪ੍ਰਾਪਤ ਕਰਦੇ ਹਾਂ ਇਹ ਲੂਜ਼ ਵੀ ਹੋ ਸਕਦੀ ਹੈ ਤੇ ਟਾਈਟ ਵੀ ਹੋ ਸਕਦੀ ਹੈ। ਜਿਹੜੀ ਫਿਟ ਹੈ ਉਸ ਨੂੰ ਆਪਾਂ ਦੋ ਮੇਨ ਮੇਜਰ ਭਾਗਾਂ ਦੇ ਵਿੱਚ ਹੋਲ ਬੇਸ ਤੇ ਸ਼ਾਰਟ ਬੇਸ ਤੇ ਡਿਵਾਈਡ ਕਰ ਸਕਦੇ ਹਾਂ। ਜਿਹੜੀ ਹੋਲ ਬੇਸਿਕ ਸਿਸਟਮ ਹੈ ਉਸ ਦੇ ਵਿੱਚ ਹੋਲ ਨੂੰ ਸਟੈਂਡਰਡਾਈਜ਼ ਰੱਖਿਆ ਜਾਂਦਾ ਹੈ ਅਤੇ ਲੋੜੀਂਦੀ ਫਿਟ ਪ੍ਰਾਪਤ ਕਰਨ ਦੇ ਲਈ ਸ਼ਾਫਟ ਤੇ ਹੀ ਕਲੀਅਰੈਂਸ ਦਿੱਤਾ ਜਾਂਦਾ ਹੈ। ਜਿਸ ਤਰ੍ਹਾਂ ਕਲੀਅਰੈਂਸ ਫਿਟ ਕਰਨ ਲਈ ਸ਼ਾਫਟ ਦਾ ਸਾਈਜ਼ ਆਪਾਂ ਘੱਟ ਕਰ ਦਿੱਤਾ, ਟ੍ਰਾਂਜੀਸ਼ਨ ਫਿਟ ਕਰਨ ਦੇ ਲਈ ਪ੍ਰਾਪਤ ਕਰਨ ਦੇ ਲਈ ਸ਼ਾਫਟ ਦਾ ਸਾਈਜ਼ ਹੋਲ ਦੇ ਬਰਾਬਰ ਕਰ ਦਿੱਤਾ ਅਤੇ ਇੰਟਰਫੇਰੈਂਸ ਪ੍ਰਾਪਤ ਕਰਨ ਦੇ ਲਈ ਆਪਾਂ ਸ਼ਾਫਟ ਦਾ ਸਾਈਜ਼ ਹੋਲ ਦੇ ਨਾਲੋਂ ਵੱਡਾ ਕਰ ਦਿੱਤਾ ਹੈ। ਸੋ ਜਿੱਥੇ ਆਪਾਂ ਸ਼ਾਫਟ ਦੇ ਸਾਈਜ਼ ਨੂੰ ਚੇਂਜ ਕਰਦੇ ਹਾਂ ਉਸ ਨੂੰ ਆਪਾਂ ਹੋਲ ਬੇਸਿਕ ਸਿਸਟਮ, ਕਿਉਂਕਿ ਹੋਲ ਆਪਣਾ ਸਥਿਰ ਰਹਿੰਦਾ ਹੈ। ਅਤੇ ਸ਼ਾਫਟ ਬੇਸਿਕ ਸਿਸਟਮ ਦੇ ਵਿੱਚ ਕੀ ਹੈ, ਆਪਣਾ ਸ਼ਾਫਟ ਸਥਿਰ ਰਹਿੰਦੀ ਹੈ, ਆਪਾਂ ਹੋਲ ਦੇ ਸਾਈਜ਼ ਨੂੰ ਵੱਡਾ ਜਾਂ ਛੋਟਾ ਕਰ ਸਕਦੇ ਹਾਂ। ਇਹ ਆਪਾਂ ਮੋਸਟਲੀ ਉੱਥੇ ਕਰਦੇ ਹਾਂ ਜਿੱਥੇ ਆਪਾਂ ਨੂੰ ਜਿਹੜਾ ਵੀ ਚੀਜ਼ ਚੇਂਜ ਕਰਨੀ ਈਜ਼ੀਲੀ ਹੋਵੇ। ਮੋਸਟਲੀ ਆਪਾਂ ਹੋਲ ਨੂੰ ਜਾਂ ਸ਼ਾਫਟ ਨੂੰ ਜਿੱਥੇ ਵੀ ਆਪਾਂ ਆਸਾਨੀ ਨਾਲ ਮੇਨਟੇਨ ਕਰ ਸਕਦੇ ਹੋਈਏ ਆਪਾਂ ਉਸ ਤਰ੍ਹਾਂ ਦੀ ਲੋੜੀਂਦੀ ਫਿਟ ਪ੍ਰਾਪਤ ਕਰਦੇ ਹਾਂ। ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਹੋਲ ਤੇ ਸ਼ਾਫਟ ਦਾ ਬੇਸਿਸ ਦਾ ਦੱਸਿਆ, ਹੋਲ ਦਾ ਜਿਹੜਾ ਸਾਈਜ਼ ਹੈ ਹਮੇਸ਼ਾ ਕੈਪੀਟਲ ਲੈਟਰ ਨਾਲ ਦਰਸਾਇਆ ਜਾਂਦਾ ਹੈ। ਜਿਸ ਤਰ੍ਹਾਂ A ਤੋਂ G, P ਤੋਂ ZC ਤੱਕ, ਇਹ ਆਪਣਾ ਹੋਲ ਦਾ ਸਾਈਜ਼ ਠੀਕ ਹੈ ਜਾ ਰਿਹਾ A B ਇੱਥੋਂ C ਤੋਂ ਲੈ ਕੇ ZC ਤੱਕ ਜਾ ਰਿਹਾ। ਜਿਹੜਾ A ਤੋਂ G ਤੱਕ ਦਾ ਸਾਈਜ਼ ਆ ਜੋ ਸਟੈਂਡਰਡ ਚਾਰਟ ਹੈ ਟੋਰੈਂਸਿਸ ਦਾ ਆਪਣਾ, ਉਹ ਓਵਰ ਸਾਈਜ਼ ਹੋਲ ਹੈ ਠੀਕ ਹੈ। P ਤੋਂ ZC ਦਾ ਜਿਹੜਾ ਅੰਡਰ ਸਾਈਜ਼ ਹੋਲ ਹੈ। ਅੰਡਰ ਸਾਈਜ਼ ਦਾ ਮਤਲਬ ਕੀ ਆ ਵੀ ਹਮੇਸ਼ਾ ਇਹ ਸਾਈਜ਼ ਘੱਟ ਡਾਇਮੀਟਰ ਦਾ ਹੋਏਗਾ ਅਤੇ A ਤੋਂ G ਦਾ ਜਿਹੜੀ ਟੋਲਰੈਂਸਿਸ ਆ ਉਹ ਵੱਧ ਡਾਇਮੀਟਰ ਦੀ ਹੋਏਗੀ। ਇਸੇ ਤਰ੍ਹਾਂ ਹੀ ਸ਼ਾਫਟ ਨੂੰ ਆਪਾਂ ਹਮੇਸ਼ਾ ਸਮਾਲ ਅੱਖਰਾਂ ਦੇ ਨਾਲ ਦਰਸਾਉਂਦੇ ਹਾਂ। ਸਮਾਲ ਮਤਲਬ A ਤੋਂ G ਤੱਕ ਅਤੇ M ਤੋਂ ZC ਤੱਕ ਠੀਕ ਹੈ। ਸ਼ਾਫਟ ਦਾ ਡਾਇਆਮੀਟਰ ਵੀ M ਤੋਂ ZC ਤੱਕ ਓਵਰ ਸਾਈਜ਼ ਹੁੰਦਾ ਹੈ ਅਤੇ A ਤੋਂ G ਤੱਕ। ਇਸ ਦੇ ਬਾਰੇ ਮੈਂ ਅੱਗੇ ਤੁਹਾਨੂੰ ਚਾਰਟ ਦੇ ਵਿੱਚ ਡਿਟੇਲ 'ਚ ਦੱਸਾਂਗਾ। ਅਲਾਉਂਸ ਵੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਲੋੜੀਂਦੀ ਫਿਟ ਪ੍ਰਾਪਤ ਕਰਨ ਦੇ ਲਈ ਠੀਕ ਹੈ ਦੋ ਕੰਪੋਨੈਂਟਸ ਦੇ ਵਿੱਚ ਹੋਲ ਅਤੇ ਸ਼ਾਫਟ ਦੇ ਵਿੱਚ ਜਿਹੜਾ ਆਪਾਂ ਨੂੰ ਡਿਫਰੈਂਸ ਮਿਲਦਾ ਉਸ ਨੂੰ ਆਪਾਂ ਅਲਾਉਂਸ ਕਹਿੰਦੇ ਆ। ਇਹ ਪੋਜ਼ਿਟਿਵ ਵੀ ਹੋ ਸਕਦਾ ਹੈ, ਨੈਗੇਟਿਵ ਵੀ ਹੋ ਸਕਦਾ ਹੈ। ਅਗਰ ਆਪਣੀ ਇਹ ਕਲੀਅਰੈਂਸ ਫਿਟ ਹੈ ਇਹ ਤਾਂ ਜਿਹੜਾ ਅਲਾਉਂਸ ਹੈ ਇਹ ਪੋਜ਼ਿਟਿਵ ਹੋਏਗਾ, ਅਗਰ ਇੰਟਰਫੇਰੈਂਸ ਫਿਟ ਹੈ ਤਾਂ ਇਹ ਆਪਣਾ ਨੈਗੇਟਿਵ ਹੋਏਗਾ। ਅਲਾਉਂਸ ਕਿਸ ਦੇ ਬਰਾਬਰ ਹੁੰਦਾ ਹੈ, ਆਪਣਾ ਲੋਅਰ ਲਿਮਿਟ ਆਫ ਹੋਲ ਮਾਈਨਸ ਹਾਇਰ ਲਿਮਿਟ ਆਫ ਸ਼ਾਫਟ ਠੀਕ ਹੈ। ਇਹ ਆਪਣੀ ਫਿਟਸ ਤੁਹਾਨੂੰ ਦੱਸਿਆ ਸੀ ਕਲੀਅਰੈਂਸ ਫਿਟ, ਟ੍ਰਾਂਜੀਸ਼ਨ ਫਿਟ, ਇੰਟਰਫੇਰੈਂਸ ਫਿਟ, ਇਸ ਦੇ ਵਿੱਚ ਅੱਗੇ ਸਭ ਇਹ ਆ ਜਾਂਦੀਆਂ ਨੇ। ਜੋ ਚਾਰਟ ਦੇ ਅਕੋਰਡਿੰਗ ਕਲੀਅਰੈਂਸ ਫਿਟ ਪ੍ਰਾਪਤ ਕਰਨ ਦੇ ਲਈ H7 H6 H ਹਮੇਸ਼ਾ ਹੋਲ ਦੇ ਲਈ ਕੈਪੀਟਲ ਦੱਸਿਆ ਜਾਂਦਾ ਹੈ ਤੇ ਸ਼ਾਫਟ ਦੇ ਲਈ ਹਮੇਸ਼ਾ ਛੋਟੇ ਇਹ ਵਾਲੇ ਇਹ ਹੋਲ ਲਈ ਹੈ ਤੇ ਇਹ ਵਾਲੇ ਸ਼ਾਫਟ ਲਈ ਹੈ ਲੋਡਿੰਗ ਦੀ ਫਿਟ ਪ੍ਰਾਪਤ ਕਰਨ ਦੇ ਲਈ। ਕਲੀਅਰੈਂਸ ਫਿਟ ਇਹ ਹੋਗੀ ਆਪਣੀ ਟ੍ਰਾਂਜੀਸ਼ਨ ਫਿਟ H7N6 H7 M6 यानी कि होल ਦਾ ਡਾਇਆਮੀਟਰ ਅਗਰ H7 ਦੇ ਉੱਪਰ ਤਾਂ ਆਪਾਂ ਨੂੰ ਟ੍ਰਾਂਜੀਸ਼ਨ ਫਿਟ ਪ੍ਰਾਪਤ ਹੋਵੇਗੀ। ਇਸੇ ਤਰ੍ਹਾਂ ਹੀ ਨੈਕਸਟ ਇੰਟਰਫੇਰੈਂਸ ਫਿਟ ਹੈ ਠੀਕ ਹੈ। ਜਨਰਲ ਟਰਮੀਨੋਲੋਜੀ ਤੁਹਾਨੂੰ ਦੱਸ ਦਿੱਤਾ ਵੀ ਹੋਲ ਬੇਸਿਕ ਸਿਸਟਮ ਕੀ ਹੁੰਦਾ ਤੇ ਸ਼ਾਫਟ ਬੇਸਿਕ ਸਿਸਟਮ ਕੀ ਹੁੰਦਾ ਹੈ। ਇਹ ਆਪਾਂ ਹੋਲ ਬੇਸਿਕ ਸਿਸਟਮ ਤੇ ਸ਼ਾਫਟ ਬੇਸਿਕ ਸਿਸਟਮ ਦੀ ਤੁਹਾਨੂੰ ਉਦਾਹਰਨ ਦਿੱਤੀ ਗਈ ਹੈ। ਇਹ ਆਪਣੀ ਨੈਕਸਟ ਆ ਗਈ ਹੈ ਟੋਰੈਂਸ ਸਿੰਬਲ ਫਾਰ ਹੋਲ। ਇਹ ਆਪਣਾ ਹੋਲ ਹੈ। ਹੋਲ ਦੇ ਵਿੱਚ ਤੁਹਾਨੂੰ ਦੱਸਿਆ ਵੀ ਜਿਹੜੇ A ਤੋਂ ਲੈ ਕੇ ਚਾਰਟ ਦੇ ਅਕੋਰਡਿੰਗ
ਇਸ ਨੂੰ ਹਮੇਸ਼ਾ ਵੱਡੇ ਅੱਖਰਾਂ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ। ਜਿਹੜਾ A ਹੈ, A ਸਾਈਜ਼ ਹਮੇਸ਼ਾ ਸਾਈਜ਼ ਹੋਲ ਦਾ ਵੱਡਾ ਹੁੰਦਾ ਜਾਵੇਗਾ ਅਤੇ ZC ਛੋਟਾ ਹੁੰਦਾ ਜਾਵੇਗਾ ਅਕੋਰਡਿੰਗ ਟੂ ਟੋਲਰੈਂਸਿਸ। ਇਸੇ ਤਰ੍ਹਾਂ ਹੀ ਸ਼ਾਫਟ ਦੇ ਹੈ, ਸ਼ਾਫਟ ਦੇ ਵੀ ਤੁਹਾਨੂੰ ਮੈਂ ਦੱਸਿਆ ਵੀ ਇਹ ਸਮਾਲ ਅੱਖਰ ਦੇ ਨਾਲ ਦਰਸਾਇਆ ਜਾਂਦਾ ਹੈ ਸ਼ਾਫਟ ਨੂੰ, ਤੇ ਇਸ ਦਾ ਵੀ ਜੋ ਚਾਰਟ ਫਲੋ ਹੈ ਇਸ ਤਰ੍ਹਾਂ ਚੱਲਦਾ ਹੈ। ਇਹ ਆਪਣਾ ਜਿਹੜਾ ਚਾਰਟ ਹੈ ਜਿਸ ਤੋਂ ਆਪਾਂ ਟੋਲਰੈਂਸ ਕੈਲਕੂਲੇਟ ਕਰਦੇ ਹਾਂ, ਠੀਕ ਹੈ। ਜਿਸ ਤਰ੍ਹਾਂ ਕਿ ਚਾਰਟ ਦੇ ਉੱਪਰ ਦਰਸਾਇਆ ਗਿਆ ਹੈ, ਇਹ ਵਾਲਾ ਸਾਈਜ਼ ਹੈ। ਅਗਰ 3 ਤੋਂ 6 mm ਦਾ ਸਾਈਜ਼ ਆਪਣਾ ਸ਼ਾਫਟ ਦਾ ਹੈ, ਜਾਂ 6 ਤੋਂ 10 ਹੈ, ਠੀਕ ਹੈ, ਜਾਂ 40 ਤੋਂ 50 ਹੈ, ਇਹ ਵਾਲਾ ਆਪਾਂ ਇਥੋਂ ਮੇਨਟੇਨ ਕਰਦੇ ਹਾਂ, ਉੱਪਰੋਂ ਸਭ ਤੋਂ ਪਹਿਲਾਂ ਲੈਣੇ ਆ। ਉਸ ਤੋਂ ਬਾਅਦ ਨੈਕਸਟ ਤੇ ਜਿਹੜਾ ਵੀ H6 H7 ਜਿੰਨਾ ਵੀ ਹੈ, ਅਗਰ H6 ਲੈਣਾ ਹੈ ਤਾਂ ਇਹ ਵਾਲਾ ਜਿਸ ਤੇ ਵੀ ਕਿੰਨੇ ਮਾਈਨਸ ਦੇ ਵਿੱਚ ਟੋਲਰੈਂਸਿਸ ਹੈ ਬੇਸਿਕ ਸਾਈਜ਼ ਦੇ, ਅਗਰ 3 ਤੋਂ 6 ਹੈ, ਠੀਕ ਹੈ। ਅਗਰ 60 ਤੋਂ 100 ਆ, 60 ਤੋਂ 100 ਦੇ ਵਿੱਚ ਆਪਾਂ H6 ਦਾ A ਵਾਲਾ ਪੋਰਸ਼ਨ ਲਵਾਂਗੇ। ਤਾਂ ਇਸੇ ਤਰ੍ਹਾਂ ਆਪਾਂ ਕੈਲਕੂਲੇਟ ਕਰਦੇ ਹਾਂ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਆਨਲਾਈਨ, ਜਿਸ ਦੇ ਨਾਲ ਸਪੋਜ਼ ਕਰੋ ਆਪਣੇ ਕੋਲ ਚਾਰਟ ਨਹੀਂ ਹੈਗਾ ਤਾਂ ਆਪਾਂ ਇੰਟਰਨੈਟ ਦੀ ਮਦਦ ਦੇ ਨਾਲ ਆਪਾਂ ਉਸ ਲੋੜੀਂਦੀ ਫਿੱਟ ਪ੍ਰਾਪਤ ਕਰਨ ਲਈ ਉਸ ਤੇ ਟੋਲਰੈਂਸਿਸ ਕੈਲਕੂਲੇਟ ਕਰ ਸਕਦੇ ਹਾਂ। ਇਹ ਆਪਣੀ ਵੈਬਸਾਈਟ ਦਾ ਲਿੰਕ ਹੈ। ਇਸ ਦੇ ਵਿੱਚ ਆਪਣੇ ਯੂਨਿਟਸ ਮੈਜ਼ਰਮੈਂਟ ਲਈ ਆ ਜਾਂਦੇ, ਮੀਟ੍ਰਿਕ ਆਪਣੇ ਕੋਲ ਸਾਈਜ਼ ਆ ਜਾਂ ਇੰਚੀ ਸਾਈਜ਼ ਹੈ, ਠੀਕ ਹੈ। ਇਹ ਐਗਜ਼ਾਮਪਲ ਲਈ ਗਈ ਆ ਡਾਇਆ 50 H7 ਤੇ F6 ਤੇ। ਆਪਣਾ ਨੋਮੀਨਲ ਸਾਈਜ਼ ਕਿੰਨਾ ਹੈ, 50 mm ਡਾਇਆਮੀਟਰ, ਠੀਕ ਹੈ। ਉਸ ਤੇ ਆਪਣੀ ਟੋਲਰੈਂਸ H7 ਹੋਲ ਤੇ ਹੈ, ਇਹ ਵਾਲੀ ਸ਼ਾਫਟ ਤੇ F6 ਹੈ। ਤਾਂ ਜਦੋਂ ਇਸ ਨੂੰ ਆਪਾਂ ਕੈਲਕੂਲੇਟ ਕਰਦੇ ਹਾਂ ਤਾਂ ਇਸ ਤੇ ਲੋਅਰ ਡੈਵੀਏਸ਼ਨ ਤੇ ਅਪਰ ਲਿਮਿਟ ਆ ਜਾਂਦੀ ਹੈ ਆਪਣੀ। ਜੋ ਹੋਲ ਦਾ ਡਾਇਆਮੀਟਰ ਹੈ 50 ਪਲੱਸ 0 ਤੇ ਪਲੱਸ 0.025, ਯਾਨੀ ਕਿ ਇਹ ਆਪਣਾ 50.025 ਤੱਕ ਹੋ ਸਕਦਾ ਹੈ ਆਪਣਾ। ਇਸੇ ਤਰ੍ਹਾਂ ਹੀ ਸ਼ਾਫਟ ਦਾ ਜਿਹੜਾ ਸਾਈਜ਼ ਹੈ ਉਹ -25 ਤੋਂ ਲੈ ਕੇ -41 ਤੱਕ, ਠੀਕ ਹੈ। ਇਸ ਜੋ ਅਗਰ ਕੈਲਕੂਲੇਟ ਕਰੀਏ ਤਾਂ ਆਪਣੀ ਜਿਹੜੀ ਸ਼ਾਫਟ ਦੀ ਅਪਰ ਲਿਮਿਟ ਹੈ ਜਾਂ ਜੋ ਟੋਲਰੈਂਸਿਸ ਹੈ ਉਹ ਆਪਣਾ ਮੈਕਸਿਮਮ ਸਾਈਜ਼ ਆਪਣਾ 50 ਹੈ ਬੇਸਿਕ ਸਾਈਜ਼। ਉਸ ਤੇ ਆਪਣੀ ਸ਼ਾਫਟ ਦਾ ਸਾਈਜ਼ ਕੈਲਕੂਲੇਟ ਕਰਕੇ ਇੰਨਾ ਬਣਦਾ ਹੈ। ਆਪਣੇ ਟੋਲਰੈਂਸਿਸ ਦੇ ਮੇਨਟੇਨ ਕਰਨ ਲਈ ਜਾਂ ਦੇਣ ਲਈ ਡਰਾਇੰਗ ਤੇ ਦੋ ਤਰੀਕੇ ਹਨ। ਨੰਬਰ 1 ਤਾਂ ਹੈ ਕਿਸੇ ਵੀ ਡਰਾਇੰਗ ਦੇ ਉੱਪਰ ਸਭ ਤੋਂ ਪਹਿਲਾਂ ਉਸਦਾ ਸਪੋਜ਼ ਕਰੋ ਇਹ ਸ਼ਾਫਟ ਹੈ, ਸ਼ਾਫਟ ਦਾ ਡਾਇਆਮੀਟਰ, ਉਸ ਦੇ ਉੱਪਰ ਬੇਸਿਕ ਸਾਈਜ਼ ਦੇ ਉੱਪਰ ਪਲੱਸ ਇਹ ਆਪਣੀ ਹਾਈ ਲਿਮਿਟ, ਇਹ ਆਪਣੀ ਲੋਅਰ ਲਿਮਿਟ ਉਸ ਦੇ ਉੱਪਰ ਦਰਸਾਇਆ ਜਾਂਦਾ ਹੈ। ਅਗਰ ਇਹ ਨਹੀਂ ਦਰਸਾਇਆ ਜਾਂਦਾ ਤਾਂ ਡਰਾਇੰਗ ਦੇ ਉੱਪਰ ਆਪਣਾ ਸੈਕੰਡ ਆਪਸ਼ਨ ਹੈਗੀ ਆ ਡਾਇਆ 50 H7 ਕਿਉਂਕਿ ਛੋਟਾ ਹੈ ਆਪਣਾ ਸ਼ਾਫਟ ਹੈ, ਇਸ ਕਰਕੇ H7 ਅਗਰ ਹੋਲ ਹੋਏਗਾ H ਕੈਪੀਟਲ ਲਿਖੀ ਹੋਏਗੀ। ਤੋ ਇਹ ਦੋ ਤਰੀਕੇ ਨਾਲ ਅਗਰ ਆਪਾਂ ਨੂੰ H7 ਦਿੱਤੇ ਜਾਂਦਾ ਹੈ ਡਰਾਇੰਗ ਤੇ, ਤਾਂ ਫਿਰ ਆਪਾਂ ਨੂੰ ਚਾਰਟ ਦੀ ਮਦਦ ਨਾਲ ਡਾਇਆ 50 ਦਾ ਉਸ ਚਾਰਟ ਦੇ ਅਕੋਰਡਿੰਗ ਜਾ ਕੇ H7 ਤੇ ਇਸ ਤੇ ਕਿੰਨੇ ਟੋਲਰੈਂਸਿਸ ਹੈ ਆਪਾਂ ਨੂੰ ਉਹ ਲੈਣਾ ਪਏਗਾ। ਅਗਰ ਡਰਾਇੰਗ ਤੇ ਦਿੱਤੀ ਆ ਤਾਂ ਆਪਾਂ ਸਿੱਧਾ ਡਾਇਰੈਕਟ ਬਿਨਾਂ ਚਾਰਟ ਦੇਖੇ ਇਸ ਤੋਂ ਆਪਾਂ ਕੈਲਕੂਲੇਟ ਕਰਕੇ ਆਪਣਾ ਕੰਪੋਨੈਂਟ ਤਿਆਰ ਕਰ ਸਕਦੇ ਹਾਂ। ਜਿਸ ਤਰ੍ਹਾਂ ਕਿ ਡਰਾਇੰਗ ਦੇ ਉੱਪਰ ਤੁਹਾਨੂੰ ਦੱਸਿਆ ਵੀ ਦਰਸਾਇਆ ਜਾਂਦਾ ਹੈ, ਸਭ ਤੋਂ ਪਹਿਲਾਂ ਕੀ ਹੈ ਇਹ ਸ਼ੇਪ ਆਫ ਸਿੰਬਲ ਇਹ ਵਾਲਾ ਜੋ ਆਪਾਂ ਨੂੰ ਡਾਇਆਮੀਟ੍ਰਿਕ ਦਾ ਦਿੱਤਾ ਗਿਆ ਹੈ ਸ਼ਾਫਟ ਦੇ ਉੱਪਰ, ਸਭ ਤੋਂ ਪਹਿਲਾਂ ਡਾਇਆਮੀਟ੍ਰਿਕ ਸਿੰਬਲ ਜਿਹੜਾ ਹੈ ਇਹ ਆਪਾਂ ਨੂੰ ਸ਼ੇਪ ਦਾ ਦਿੱਤਾ ਗਿਆ ਵੀ ਉਸਦੀ ਸ਼ੇਪ ਕਿਸ ਤਰ੍ਹਾਂ ਦੀ ਹੈ ਕੰਪੋਨੈਂਟ ਦੀ, ਰਾਉਂਡ ਹੈ, ਸਕੁਅਰ ਹੈ, ਟ੍ਰਾਇੰਗੂਲਰ ਹੈ। ਉਸ ਤੋਂ ਬਾਅਦ ਆਪਾਂ ਨੂੰ ਨੋਮੀਨਲ ਸਾਈਜ਼ ਦਿੱਤਾ ਜਾਂਦਾ ਹੈ। ਨੋਮੀਨਲ ਸਾਈਜ਼ ਦਾ ਮਤਲਬ ਜਾਂ ਬੇਸਿਕ ਸਾਈਜ਼ 50, ਜਿਸ ਤੇ ਆਪਣੀ ਸਾਰੀ ਕੈਲਕੂਲੇਸ਼ਨਸ ਹੋਣੀ ਹੈ। ਉਸ ਤੋਂ ਉਪਰੰਤ ਆਪਾਂ ਨੂੰ ਉਸ ਦੇ ਟੋਲਰੈਂਸ ਦੀ ਪੋਜੀਸ਼ਨ ਦਿੱਤੀ ਜਾਂਦੀ ਹੈ ਵੀ H ਜਾਂ F ਜਾਂ J ਆ, ਲੋੜੀਂਦੀ ਫਿੱਟ ਪ੍ਰਾਪਤ ਕਰਨ ਲਈ ਜਿਹੜੀ ਵੀ ਆਪਾਂ ਨੂੰ ਟੋਲਰੈਂਸ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਉਸ ਦਾ ਨੰਬਰ ਇੰਡੀਕੇਟ ਕੀਤਾ ਜਾਂਦਾ ਹੈ, ਜਿਸ ਤਰ੍ਹਾਂ 7 ਹੈ ਜਾਂ 6 ਹੈ ਜਾਂ ਹੋਰ
ਜਿਸ ਨਾਲ ਆਪਾਂ ਚਾਰਟ ਦੀ ਮਦਦ ਲੈ ਕੇ ਪ੍ਰੋਟੀਨ ਦੀ ਟੋਲਰੈਂਸ ਦੇਖ ਸਕਦੇ ਹਾਂ। ਇਸੇ ਤਰ੍ਹਾਂ ਹੀ ਡਰਾਇੰਗ ਦੇ ਉੱਪਰ ਉਹ ਸੀਗਾ ਇੱਕ ਕੰਪੋਨੈਂਟ ਦੀ, ਇਹ ਹੈਗੀ ਆਪਣੀ ਫਿਟਿੰਗ ਦੀ। ਟੈਕਨੀਕਲ ਡਰਾਇੰਗ ਦੇ ਉੱਪਰ ਆਪਾਂ ਕਿਸੇ ਫਿਟ ਦੀ ਜੋ ਡਾਈਮੈਂਸ਼ਨ ਆ ਉਸ ਨੂੰ ਕਿਦਾਂ ਪੜ ਸਕਦੇ ਹਾਂ ਜਾਂ ਦੇਖ ਸਕਦੇ ਹਾਂ। ਇਹ ਆਪਣੀ ਪਲੇਟ ਆ ਜਿਸ ਦੇ ਵਿੱਚ ਹੋਲ ਕੀਤਾ ਹੈ, ਉਸ ਦੇ ਵਿੱਚ ਆਪਣਾ ਇੱਕ ਬੁਸ਼ ਫਿਟ ਕੀਤਾ ਹੋਇਆ ਹੈ। ਤੋ ਬੁਸ਼ ਦਾ ਡਾਇਆਮੀਟਰ ਆਪਣਾ ਸ਼ਾਫਟ ਦਾ ਆਏਗਾ, ਠੀਕ ਨਾ, ਜਿਸ ਨੂੰ ਸਮਾਲ ਅੱਖਰ ਨਾਲ ਰਿਪਰੈਜ਼ੈਂਟ ਕੀਤਾ ਹੈ। ਤੇ ਪਲੇਟ ਦੇ ਵਿੱਚ ਆਪਣਾ ਜਿਹੜਾ ਹੋਲ ਆ ਉਸ ਨੂੰ ਆਪਾਂ H ਕੈਪੀਟਲ ਨਾਲ ਦਰਸਾਉਂਦੇ ਆ। ਇਸ ਦਾ ਡਾਇਆਮੀਟਰ 30 ਹੈ ਅਤੇ ਇਸ ਤੇ ਟੋਲਰੈਂਸ H7 ਤੇ F6 ਹੈ। H7 ਦਾ ਮਤਲਬ ਕੀ ਆ ਵੀ ਦੋਨਾਂ ਦਾ ਜਿਹੜਾ ਬੇਸਿਕ ਸਾਈਜ਼ ਆ 30 ਹੈ। ਹੋਲ ਤੇ ਜਿਹੜੇ ਟੋਲਰੈਂਸਿਸ ਲੈਣੀ ਆ ਆਪਾਂ ਉਹ H7 ਲੈਣੀ ਆ। ਇਸੇ ਤਰ੍ਹਾਂ ਜਿਹੜੇ ਅੰਦਰ ਬੁਸ਼ ਆ ਜਾਂ ਸ਼ਾਫਟ ਆ ਉਸ ਤੇ ਆਪਾਂ ਜਿਹੜੇ ਟੋਲਰੈਂਸਿਸ ਆ ਉਹ F6 ਲੈਣੀ ਆ। ਅਗਰ ਕੰਬਾਈਨਡ ਦਿੱਤੀ ਹੈ ਤਾਂ ਇਸ ਤਰ੍ਹਾਂ, ਅਗਰ ਇਸ ਨੂੰ ਪਾਰਟਸ 1 ਜਾਂ ਪਾਰਟ 2 ਕਰਕੇ ਅਲੱਗ-ਅਲੱਗ ਦਿੱਤੀ ਹੈ ਤਾਂ ਆਪਾਂ ਇਸ ਤਰ੍ਹਾਂ ਦੇ ਸਕਦੇ ਹਾਂ। ਇਹ ਪਾਰਟ 1 ਦੀ ਹੈ ਆਪਣੀ। ਪਾਰਟ 1 ਆਪਣਾ ਕਿਹੜਾ ਵਾ, ਇਹ ਵਾਲਾ ਬੁਸ਼ ਜੋ ਦਿੱਤਾ ਹੈ ਡਾਇਆ 30 F6 ਅਤੇ 2 ਨੰਬਰ ਆਪਣਾ ਜਿਹੜਾ ਹੋਲ ਵਾਲਾ ਡਾਇਆਮੀਟਰ ਹੈ ਡਾਇਆ 30 H7। ਕਿਉਂਕਿ ਹੋਲ ਨੂੰ ਆਪਾਂ ਕੈਪੀਟਲ ਲੈਟਰ ਨਾਲ ਦਰਸਾਉਂਦੇ ਇਸ ਕਰਕੇ ਕੈਪੀਟਲ ਲੈਟਰ ਹੈ। ਅਗਰ ਸ਼ਾਫਟ ਨੂੰ ਆਪਾਂ ਸਮਾਲ ਲੈਟਰ ਨਾਲ ਟੋਲਰੈਂਸ ਦਰਸਾਉਂਦੇ ਤਾਂ ਇੱਥੇ ਆਪਣਾ ਸਮਾਲ ਹੈ। ਇਸ ਦੇ ਰਿਗਾਰਡਿੰਗ ਅਗਰ ਕਿਸੇ ਨੂੰ ਕੋਈ ਵੀ ਕੋਈ ਕੁਐਸਚਨਰੀ ਹੈ ਸਰ, ਪਲੀਜ਼ ਇਹਨਾਂ ਦੇ ਮਾਈਕ ਔਨ ਕਰਵਾ ਦਿਓ ਪਲੀਜ਼, ਤਾਂ ਕਿ ਆਪਾਂ ਕੁਐਸਚਨ ਆਨਸਰ ਕਰ ਸਕੀਏ। ਅਨਮਿਊਟ ਪਲੀਜ਼ ਕਰਵਾ ਦਿਓ ਸਰ। ਹਾਂਜੀ ਸਰ, ਇਸ ਤੇ ਜੋ ਚੈਪਟਰ ਹੈ ਆਪਣਾ ਫਿਟ ਲਿਮਿਟ ਤੇ ਟੋਲਰੈਂਸ ਹੈ, ਇਸ ਦੇ ਅਕੋਰਡਿੰਗ ਅਗਰ ਕਿਸੇ ਦਾ ਵੀ ਕੋਈ ਕੁਐਸਚਨਰੀ ਹੈ ਉਹ ਪਲੀਜ਼ ਪੁੱਛ ਸਕਦਾ ਹੈ। हेलो, ਹਾਂਜੀ ਸਰ। नमस्ते। ਹਾਂਜੀ ਨਮਸਤੇ ਜੀ। ਹਾਂਜੀ ਸਰ, ਆਪਣਾ ਪਲੀਜ਼ ਕੁਐਸਚਨ ਦੱਸੋ। हाँ, ਹੈਲੋ। 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 ਹਾਂਜੀ ਰਣਜੀਤ ਸਰ। ਜੀ ਸਰ ਜੀ। ਹਾਂਜੀ, ਮਿਊਟ ਕੀਤੇ ਹੋਏ ਆ ਸਾਰੇ। ਜੇ ਕਿਸੇ ਨੇ ਕੁਐਸਚਨ ਪੁੱਛਣਾ ਆਪਣੇ ਆਪ ਨੂੰ ਅਨਮਿਊਟ ਕਰਕੇ ਪੁੱਛ ਸਕਦਾ ਸਰ। ਹਾਂਜੀ ਸਰ, ਪਲੀਜ਼ ਅਗਰ ਕਿਸੇ ਨੂੰ ਵੀ ਕੋਈ ਕੁਐਰੀ ਹੈ, ਕਿਸੇ ਦਾ ਕੋਈ ਕੁਐਸਚਨ ਹੈ, ਪਲੀਜ਼ ਉਹ ਆਪਣਾ ਜਾਂ ਤਾਂ ਹੈਂਡ ਰੇਜ਼ ਕਰ ਦੋ ਜਾਂ ਸਿੱਧਾ ਕੁਐਸਚਨ ਪੁੱਟ ਕਰ ਲਓ ਪਲੀਜ਼। ਕੋਈ ਫਿਟ ਦੇ ਬਾਰੇ, ਕੋਈ ਟੋਲਰੈਂਸਿਸ ਜਾਂ ਟਾਈਪਸ ਆਫ ਫਿਟ ਦੇ ਬਾਰੇ। ਹੈਲੋ। ਹਾਂਜੀ ਸਰ। ਹੈਲੋ, ਹਾਂਜੀ ਸਰ। ਜੀ ਸਰ ਜੀ। ਸਰ ਤੁਸੀਂ ਕਿਹਾ ਯੂਨੀਲੇਟਰਲ ਟੋਲਰੈਂਸ ਜਿਹੜੀ ਹੈ ਹਮੇਸ਼ਾ ਨੈਗੇਟਿਵ ਪੋਜ਼ਿਟਿਵ ਚ ਹੁੰਦੀ ਹੈ, ਇਹਦਾ ਕੀ ਮਤਲਬ ਹੈ? ਸਰ ਜਿਹੜਾ ਹਾਈ ਲਿਮਿਟ ਤੇ ਲੋ ਲਿਮਿਟ ਦਾ ਜਿਹੜਾ ਡਿਫਰੈਂਸ ਹੈ, ਚਾਹੇ ਉਹ ਨੈਗੇਟਿਵ ਦੇ ਵਿੱਚ ਹੋਵੇ ਚਾਹੇ ਪੋਜ਼ਿਟਿਵ ਦੇ ਵਿੱਚ ਹੋਵੇ, ਠੀਕ ਹੈ, ਜਿਹੜਾ ਆਪਾਂ ਉਸ ਨੂੰ ਜਿਹੜੇ ਟੋਲਰੈਂਸ ਨੂੰ ਹਮੇਸ਼ਾ ਪੋਜ਼ਿਟਿਵ ਦੇ ਵਿੱਚ ਹੀ ਲਿਖਦੇ ਹਾਂ। ਸਪੋਜ਼ ਕਰੋ ਨੈਗੇਟਿਵ ਹੈ ਕਿਸੇ ਕੰਪੋਨੈਂਟ ਤੇ 30 ਡਾਇਮੀਟਰ ਹੈ, ਉਸਦਾ ਜਿਹੜਾ ਹਾਈ ਲਿਮਿਟ ਹੈ ਉਹ -0.02 ਹੈ ਤੇ ਲੋਅਰ ਲਿਮਿਟ -0.01 ਹੈ। ਲੇਕਿਨ ਜਿਹੜਾ ਦੋਨਾਂ ਦਾ ਗੈਪ ਆ, ਮੰਨ ਲਓ 0.002 ਦਾ ਤੇ 0.001 ਦਾ ਜਿਹੜਾ ਡਿਫਰੈਂਸ ਆ ਉਹ ਹਮੇਸ਼ਾ ਪੋਜ਼ਿਟਿਵ ਹੀ ਰਹੇ। ਅੱਛਾ ਜੀ ਸਰ। ਠੀਕ ਹੈ ਯਾਰ, ਥੈਂਕ ਯੂ ਜੀ। ਓਕੇ ਸਰ। ਹਾਂਜੀ ਸਰ, ਐਨੀ ਹੋਰ ਕਿਸੇ ਦਾ ਕੋਈ ਕੁਐਸਚਨ ਹੈ ਤਾਂ? ਤੇ ਬਾਇਲੇਟਰਲ ਦੇ ਵਿੱਚ ਪੋਜ਼ਿਟਿਵ ਹੋ ਸਕਦੀ, ਨੈਗੇਟਿਵ ਹੋ ਸਕਦੀ ਹੈ ਨਾ ਸਰ? ਬਾਇਲੇਟਰਲ ਦੇ ਵਿੱਚ ਸਰ ਟੋਲਰੈਂਸਿਸ ਦੋਨੇ ਪਾਸੇ ਹੁੰਦੀ ਆ, ਠੀਕ ਹੈ। ਹਾਂਜੀ, ਡਿਜ਼ਾਈਨ ਸਾਈਜ਼ ਹੈ। ਹਾਂਜੀ, ਪਲੱਸ ਦੇ ਵਿੱਚ ਵੀ ਹੋ ਸਕਦੀ ਆ, ਮਾਈਨਸ ਚ ਵੀ ਹੋ ਸਕਦੀ ਹੈ। ਹਾਂਜੀ। ਹਾਂਜੀ ਸਰ। ਹੋਰ ਸਰ ਇਸ ਦੇ ਰਿਗਾਰਡਿੰਗ ਕੋਈ ਟੋਲਰੈਂਸਿਸ ਦਾ ਕੋਈ ਹੋਰ ਕੁਐਸਚਨ ਹੋਵੇ ਜਾਂ ਕੁਝ ਹੋਰ?
हेलो जी सर। हाँ जी सर। हाँ जी सर। हेलो प्लीज सर, कोई भी अपना क्वेश्चन कर सकता है, एनी क्वेरी सर। हाँ जी सर। हेलो। हाँ जी। हेलो जी। जी हेलो। हाँ जी रंजीत सर, मेरा ख्याल कोई क्वेरी है नहीं और, ओके सर, ठीक है जी। है ना? फिर आप ओके एंड सर। करिए। जी सर, ओके जी। थैंक यू सर, सो नाइस ऑफ यू, थैंक यू वेरी मच। ਓਕੇ ਸਰ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਰ, ਜਿਨ੍ਹਾਂ ਨੇ ਲੈਕਚਰ ਨੂੰ ਬਹੁਤ ਧਿਆਨ ਨਾਲ ਸੁਣਿਆ ਜੀ। ਥੈਂਕ ਯੂ ਵੈਰੀ ਮਚ ਸਰ।